ਓਕੇ ਜੀ। ਤਾਂ ਦੇਖੋ ਰਾਈਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਕੀ ਕਹਿਣਾ ਚਾਹੁੰਦਾ ਜੀ। ਦੇਖੋ ਪਹਿਲੀ ਗੱਲ ਜਿਹੜਾ ਰਾਈਟਿੰਗ ਮੋਡਿਊਲ ਹੁੰਦਾ ਜੀ, ਰਾਈਟਿੰਗ ਮੋਡਿਊਲ ਖੁਦ ਦੇ ਵਿੱਚ ਹੀ ਇੱਕ ਸਕੋਰਿੰਗ ਜਾਂ ਮੋਡਿਊਲ ਹੈ। ਮੇਰੇ ਕਹਿਣ ਦਾ ਮਤਲਬ ਕੀ ਕਹਿਣਾ ਚਾਹੁੰਦਾ, ਮੈਂ ਧਿਆਨ ਨਾਲ ਦੇਖਿਓ, ਜਿਵੇਂ ਅਰਸ਼ ਦੇ ਬੈਂਡ ਆਏ, ਅਰਸ਼ ਦੇ ਬੈਂਡ ਮੰਨ ਕੇ ਚੱਲੋ ਰਾਈਟਿੰਗ ਦੇ ਵਿੱਚੋਂ ਸੀਗੇ 6 ਬੈਂਡ ਸਕੋਰ ਸੀ ਜੀ ਅਰਸ਼ ਦੇ, ਤੇ ਚਲੋ ਜੇ ਮਿਹਨਤ ਕਰਦਾ ਹੋਰ ਵੀ ਹੋ ਸਕਦੇ ਸੀਗੇ। ਉਹਦਾ ਰੀਜ਼ਨ ਕੀ ਆ, ਇਹਨੇ ਮੇਰੇ ਹਿਸਾਬ ਨਾਲ ਵੀ ਜਾਨੀ ਕਿ 15 ਦਿਨਾਂ ਬਾਅਦ ਇੱਕ ਸਿੰਗਲ ਟਾਸਕ ਚੈੱਕ ਕਰਵਾਇਆ ਇਹਨੇ, ਇੱਕ 15 ਦਿਨਾਂ ਬਾਅਦ ਇੱਕ ਸਿੰਗਲ ਟਾਸਕ 2। ਤੇ ਜੇ ਟਾਸਕ 1 ਦੀ ਗੱਲ ਕਰੀਏ ਤਾਂ ਇਹਨੇ ਸਾਰੇ ਮੰਥ ਦੇ ਵਿੱਚ ਹਾਰਡਲੀ 2 ਕੀਤੇ ਹੋਣਗੇ ਬਸ। ਉਹ ਵੀ ਜਦੋਂ ਮੇਰੇ ਕੋਲੇ ਇਹ ਸੈਂਟਰ ਸੀਗਾ ਉਦੋਂ ਇਹਨੇ ਬਸ ਲਗਾਤਾਰ 15 ਦਿਨ ਲਾਏ ਮੇਰੇ ਕੋਲੇ। ਐਕਚੁਅਲ ਦੇ ਵਿੱਚ ਇਹ ਮੇਰੇ ਸੈਂਟਰ ਆਇਆ ਸੀਗਾ ਜੀ ਅਰਸ਼, ਸੈਂਟਰ ਨੇ 15 ਦਿਨ ਲਾਏ, ਬਟ ਇਹ ਆਪਣੀ ਰਿਸ਼ਤੇਦਾਰੀ ਚ ਰਹਿੰਦਾ ਸੀਗਾ, ਕਿਉਂਕਿ ਜਿਹੜਾ ਬੱਚਾ ਮੇਰੇ ਕੋਲੇ ਉੱਥੇ ਸੈਂਟਰ ਪੜ੍ਹਨ ਆਉਂਦਾ ਵਾ ਉਹਨੂੰ ਜਾਂ ਤਾਂ ਪੀਜੀ ਦਾ ਇੰਤਜ਼ਾਮ ਹੁੰਦਾ ਫਿਰ ਇੱਕ ਪਹਿਲੇ ਨੰਬਰ ਤੇ, ਜਾਂ ਫਿਰ ਕੋਈ ਨਾ ਕੋਈ ਰਿਸ਼ਤੇਦਾਰੀਆਂ ਲੱਭਦਾ ਜੀ ਬੰਦਾ। ਸੋ ਇਹ ਰਿਸ਼ਤੇਦਾਰੀ ਚ ਰਹਿੰਦਾ ਸੀਗਾ। ਹਾਰਡਲੀ ਇਹਨੇ ਮੇਰੇ ਕੋਲੇ 10-15 ਦਿਨ ਪਹੁੰਚਿਆ ਬਸ, ਕਿਉਂਕਿ ਰਿਸ਼ਤੇਦਾਰੀ ਚ ਰਹਿਣਾ ਵੈਸੇ ਹੀ ਔਖਾ ਹੋ ਜਾਂਦਾ। ਫਿਰ ਇਹ ਵਾਪਸ ਜਾ ਵੜਿਆ ਹੋਮ ਟਾਊਨ ਚ, ਫਿਰ ਇਹ ਕਲਾਸਾਂ ਲਾਉਣ ਲੱਗ ਗਿਆ ਸ਼ਾਮ ਵਾਲੀਆਂ 6 ਤੋਂ 8 ਵਾਲੀਆਂ। ਬਟ ਸੈਂਟਰ ਚ ਤਾਂ ਲਿਖ ਹੀ ਰਹਿੰਦਾ ਹੁੰਦਾ ਸੀ, ਚਲੋ ਬਈ ਇਹਨੇ ਟਾਸਕ ਕਰ ਲਿਆ, ਚਲੋ 10 ਦਿਨ ਇਹਨੇ ਲਗਾਤਾਰ ਉੱਥੇ ਲਿਖਿਆ। ਬਟ ਬਾਅਦ ਚ ਜਦੋਂ ਇਹ ਜਾ ਕੇ ਘਰੇ ਕਲਾਸਾਂ ਲਾਉਣ ਜਾ ਵੜਿਆ, ਆ ਪਿਛਲੇ ਮਹੀਨੇ ਦੀ ਗੱਲ ਕਰੀਏ ਤਾਂ ਸਾਰੇ ਮੰਥ ਦੇ ਵਿੱਚੋਂ ਸਿਰਫ ਇੱਕ ਸਿੰਗਲ ਟਾਸਕ ਇਹਨੇ ਚੈੱਕ ਕਰਵਾਇਆ ਹੋਣਾ, ਸਿਰਫ ਜਸਟ। ਤੇ ਟਾਸਕ 1 ਦੀ ਗੱਲ ਕਰੀ ਉਹ ਵੀ, ਬਟ ਇਹਦੀ ਇੱਕ ਖਾਸੀਅਤ ਸੀਗੀ ਜੀ, ਇਹਨੂੰ ਜੇ ਆਪਾਂ ਪੇਪਰ ਕੱਲ ਨੂੰ ਵੀ ਦੇਣ ਭੇਜ ਦਈਏ ਫਿਰ ਤਾਂ ਇਹਦੇ ਫਿਰ ਵੀ 6 ਹੀ ਹੈ ਜੀ, ਜੇ ਪਰਸੋਂ ਦੇਣ ਭੇਜ ਦਈਏ ਤੇ ਫਿਰ ਵੀ 6 ਹੀ ਹੋਣਗੇ। ਇੱਕ ਅੱਧੇ ਚੋਂ 6.5 ਵੀ ਹੋ ਸਕਦੇ ਆ, ਹਾਰਡਲੀ ਇੱਕ ਪੇਪਰ ਚੋਂ ਚਲੋ ਇਹਦੇ 5.5 ਹੋ ਸਕਦੇ ਆ, ਹਾਰਡਲੀ ਕਹਿ ਰਹੇ। ਤੇ ਤੁਹਾਡੇ ਵਿੱਚੋਂ ਇਦਾਂ ਦੇ ਬਹੁਤ ਬੱਚੇ ਆ ਜਿਨ੍ਹਾਂ ਦੇ ਰਾਈਟਿੰਗ ਦੇ ਵਿੱਚੋਂ ਲੈਵਲ ਆਰਾਮ ਨਾਲ 6 6.5 ਵਾਲਾ ਹੈਗਾ ਵਾ ਜੀ। ਪਿਛਲੀ ਵਾਰੀ ਐਗਜ਼ਾਮ ਦਿੱਤਾ ਸੀ ਉਦੋਂ ਵੀ 6 ਹੀ ਹੋਣਗੇ, ਉਦੋਂ ਪਿਛਲੀ ਦਿੱਤਾ ਸੀਗਾ ਉਦੋਂ ਵੀ 6 ਹੀ ਹੋਣਗੇ, ਬਾਕੀਆਂ ਚੋਂ ਹਾਲਾਂਕਿ ਫਲਕਚੁਏਟ ਹੁੰਦਾ ਰਹਿੰਦਾ। ਦੇਖੋ ਰਾਈਟਿੰਗ ਮੋਡਿਊਲ ਨੂੰ ਜੇ ਟੈਕਲ ਕਰਨਾ ਵਾ ਤਾਂ ਭਾਵੇਂ ਸਿੱਧੀ ਰਾਈਟਿੰਗ ਕਰਨ ਦੀ ਲੋੜ ਨਹੀਂ ਹੁੰਦੀ। ਇੱਕ ਪਰਸਨ ਆ ਸਿੱਧੀ ਰਾਈਟਿੰਗ ਨਹੀਂ ਕਰ ਰਿਹਾ, ਇਹਦਾ ਮਤਲਬ ਉਹ ਕਿਹੜੀ ਚੀਜ਼ ਆ ਜਿਹੜੀ ਉਹਨੂੰ ਰਾਈਟਿੰਗ ਦੇ ਵਿੱਚ ਸਕੋਰ ਨਹੀਂ ਘਟਣ ਦਿੰਦੀ। ਅਰਥ ਦੀ ਜੇ ਮੈਂ ਗੱਲ ਕਰਾਂ ਤੇ ਇਹਨੂੰ ਸ਼ੌਂਕ ਹੁੰਦਾ ਸੀਗਾ ਨਵੀਆਂ ਸਟਰਕਚਰਸ ਸਿੱਖਣ ਦਾ ਜੀ, ਕਿਉਂਕਿ ਐਕਚੁਅਲ ਦੇ ਵਿੱਚ ਉਹ ਰਾਈਟਿੰਗ ਦਾ ਕੰਮ ਹੀ ਆ। ਜਿਵੇਂ ਕਿ ਲਾਉਣਾ ਸਿੱਖਣਾ ਕਿ ਡਿਸਪਾਈਟ ਯੂਜ਼ ਕਿਵੇਂ ਕਰਦੇ ਆ, ਵਿਹਲਾ ਬੈਠਾ ਤਾਂ ਸਰਚ ਮਾਰ ਲਿਆ ਵੀ ਡਿਸਪਾਈਟ ਕਿਵੇਂ ਯੂਜ਼ ਹੁੰਦਾ। ਇਹਨੇ ਸੈਂਟਰ ਦੇ ਵਿੱਚ ਵੀ ਜੇ ਮੇਰੇ ਤੋਂ ਗੱਲਾਂ ਪੁੱਛਣੀਆਂ ਤਾਂ ਕ੍ਰੀਏਟਿਵ ਜਿਹੀਆਂ ਗੱਲਾਂ ਪੁੱਛਣੀਆਂ, ਵੀ ਸਰ ਹੈਵਿੰਗ ਦੇ ਨਾਲ ਥਰਡ ਫਾਰਮ ਕਿੱਥੇ ਲਾ ਦਿੰਦੇ ਆ, ਬਾਅਦ ਚੋਂ ਨੇ ਪੜ੍ਹਨਾ, ਬਾਅਦ ਚੋਂ ਨੇ ਸਰਚ ਕਰਨਾ, ਯਾਨੀ ਕਿ ਨਵੀਆਂ ਚੀਜ਼ਾਂ ਤੇ ਡੇਲੀ ਬੇਸਿਸ ਤੇ ਰਿਸਰਚ ਜੀ ਕਰਨੀ। ਇਹ ਜਿਹੜੀਆਂ ਚੀਜ਼ਾਂ ਵਾ ਇਹ ਤੁਹਾਡੀ ਰਾਈਟਿੰਗ ਨੂੰ ਚੇਂਜ ਕਰਨਾ ਸ਼ੁਰੂ ਕਰ ਦਿੰਦੀਆਂ, ਰਾਈਟਿੰਗ ਦੀ ਸਟਰਕਚਰ ਬਦਲਣੀ ਸ਼ੁਰੂ ਕਰ ਦਿੰਦੀ। ਫਿਰ ਨੋ ਮੈਟਰ ਕਿ ਤੁਸੀਂ ਇੱਕ ਦਿਨ ਦੇ ਵਿੱਚ ਇੱਕ ਟਾਸਕ ਲਿਖਦੇ ਹੋ ਕਿ 3 ਦਿਨ ਇੱਕ ਟਾਸਕ ਲੈਂਦੇ ਹੋ, ਐਕਚੁਅਲ ਦੇ ਵਿੱਚ ਤੁਸੀਂ ਡੇਲੀ ਬੇਸਿਸ ਤੇ ਰਾਈਟਿੰਗ ਤੇ ਕੰਮ ਕਰੀ ਜਾਂਦੇ ਹੋ। ਤੁਸੀਂ ਇਹ ਚੀਜ਼ਾਂ ਅਪਲਾਈ ਜਾਂ ਤੁਸੀਂ ਕਿਤੋਂ ਪੜ੍ਹ ਰਹੇ ਹੋ, ਸਟਰਕਚਰ ਇੱਕ ਨੋਟ ਕਰ ਰਹੇ ਹੋ ਵੀ ਅੱਛਾ ਇਦਾਂ ਵੀ ਕੋਈ ਚੀਜ਼ ਸਟਰਕਚਰ ਹੋ ਸਕਦੀ ਹੈ, ਕਿਤੋਂ ਹੈਜ਼ ਬੀਨ ਲਾਉਣਾ ਸਿੱਖਿਆ ਤੁਸੀਂ ਆਹ ਵਾਲੀਆਂ ਚੀਜ਼ਾਂ, ਤਾਂ ਆਪਣੇ ਆਪ ਨੂੰ ਥੋੜਾ ਇੰਨਾ ਕੁ ਕ੍ਰੀਏਟਿਵ ਬਣਾਓ ਕਿ ਡੇਲੀ ਬੇਸਿਸ ਤੇ ਤੁਹਾਡੇ ਮਾਈਂਡ ਦੇ ਵਿੱਚ ਇੱਕ ਨਵੀਂ ਚੀਜ਼ ਆਣੀ ਚਾਹੀਦੀ ਹੈ। ਤੇ ਜੇ ਮੈਂ ਰੀਡਿੰਗ ਦੀ ਗੱਲ ਕਰਾਂ ਜੀ, ਰੀਡਿੰਗ ਦੇ ਵਿੱਚ ਉਹਦੇ 6.5 ਬੈਂਡ ਕਿਉਂ ਆਏ ਅਰਸ਼ ਦੇ, ਤਾਂ ਰੀਡਿੰਗ ਦਾ ਇੱਕ ਸਿੰਪਲ ਜਿਹਾ ਫਾਰਮੂਲਾ ਜੀ, ਮੇਰੇ ਹਿਸਾਬ ਨਾਲ ਉਹਦਾ ਸ਼ਾਇਦ 4th ਟਾਈਮ ਸੀਗਾ, ਬਾਕੀ ਉਹ ਤੋਂ ਕੱਲ ਪੁੱਛਾਂਗੇ ਆਪਾਂ ਵੀ ਕਿੰਨੀ ਵਾਰੀ ਐਗਜ਼ਾਮ ਸੀਗਾ ਉਹਦਾ, ਬਟ ਅੱਜ ਤੋਂ ਪਹਿਲਾਂ ਉਹਨੇ ਜਿੰਨਾ ਟਾਈਮ ਐਗਜ਼ਾਮ ਦਿੱਤਾ ਰੀਡਿੰਗ ਦਾ ਆਪਣੇ ਹੋਮ ਟਾਊਨ ਚ ਲੱਗ ਕੇ ਜਾਂ ਕਿਤੇ ਵੀ ਲੱਗ ਕੇ, ਤਾਂ ਉਹ ਰੀਡਿੰਗ ਨੂੰ ਟੈਕਲ ਕਰਦਾ ਰਿਹਾ ਅੱਜ ਤੱਕ। ਰੀਡਿੰਗ ਨੂੰ ਐਕਚੁਅਲ ਦੇ ਵਿੱਚ ਉਹਦੀ ਅੰਡਰਸਟੈਂਡਿੰਗ ਘੱਟ ਸੀ, ਇਹ ਚੀਜ਼ ਉਹਨੂੰ ਨਾ ਹੀ ਤਾਂ ਆਪ ਨੂੰ ਇੰਨੀ ਪਤਾ ਸੀ ਤੇ ਨਾ ਹੀ ਕਿਸੇ ਨੇ ਜ਼ੋਰ ਦੇ ਕੇ ਕਿਹਾ ਸੀਗਾ ਵੀ ਤੂੰ ਆਪਣੀ ਰੀਡਿੰਗ ਸਕਿੱਲ ਤੇ ਕੰਮ ਕਰ। ਬਟ ਜਦੋਂ ਦਾ ਉਹ ਮੇਰੇ ਟੱਚ ਵਿੱਚ ਆਇਆ ਤਾਂ ਉਹ ਟ੍ਰਾਂਸਲੇਸ਼ਨ ਡੇਲੀ, ਉਹ ਟ੍ਰਾਂਸਲੇਸ਼ਨ ਤੋਂ ਬੋਰਿੰਗ ਨਾ ਹੋਵੇ, ਉਹਨੇ 1-2 ਬੁੱਕਸ ਵੀ ਮੰਗਵਾਈਆਂ ਹੋਈਆਂ ਸੀਗੀਆਂ, ਖਾਲੀ ਟਾਈਮ ਬੈਠਾ ਪੜ੍ਹਦਾ ਹੁੰਦਾ ਸੀ। ਉਹ ਕੱਲ ਨੂੰ ਕਲਾਸ ਚ ਆਊਗਾ ਤੁਹਾਨੂੰ ਆਪਣੀ ਆਪੇ ਗੱਲ ਸੁਣਾ ਦੂਗਾ ਉਹ ਕਿ ਰੀਡਿੰਗ ਬੁੱਕਸ ਕਿਵੇਂ ਪੜ੍ਹੀਆਂ ਉਹਨੇ, ਨਾ ਵਾਲਾ ਟੈਨਸ਼ਨ ਲੈ ਕੇ ਛੁੱਟੀਆਂ ਕਾਫੀ ਮਾਰ ਲੈਂਦਾ ਹੁੰਦਾ ਸੀ ਕਦੇ ਕਦੇ। ਸੈਂਟਰ ਵਿੱਚ ਮੰਨ ਕੇ ਲਓ ਜੇ 15 ਦਿਨ ਲਾਏ ਤਾਂ 15 ਦਿਨਾਂ ਚੋਂ ਹਾਰਡਲੀ 8 ਜਾਂ 9 ਦਿਨ ਆ ਕੇ ਵੜਿਆ ਜੀ ਬਸ। ਕਿਸੇ ਦਿਨ ਮੂਵੀ ਦੇਖਣ ਜਾ ਵੜਿਆ ਦੋਸਤ ਨਾਲ, ਕਿਸੇ ਵੈਸੇ ਹੀ ਬਹਾਨਾ ਬਣਾਤਾ ਵੀ ਸਾਰਾ ਜਿਵੇਂ ਠੀਕ ਨੀਗਾ, ਏਦਾਂ ਦਾ ਸੀਗਾ। ਬਟ ਇੱਕ ਖਾਸੀਅਤ ਹੁੰਦੀ ਯਾਰ ਇੱਕ ਬੰਦੇ ਚ ਜੀ, ਇੱਕ ਬੰਦਾ ਇੰਜੋਏ ਕਰਦਾ ਆਪਣੀ ਲਾਈਫ ਨੂੰ, ਇੰਜੋਏ ਕਰਨ ਦੇ ਨਾਲ ਨਾਲ ਉਹਨੂੰ ਪਤਾ ਵਾ ਇਹ ਚੀਜ਼ ਕਿ ਮੈਂ
ਅੱਜ ਇੰਜੋਏ ਸੁਬਹ ਦਾ ਕਰੀ ਜਾਂਦਾ ਵਾ, ਇਹਦਾ ਮਤਲਬ ਫਿਰ ਅੱਜ ਮੈਂ ਰਾਤ ਨੂੰ ਪੜ੍ਹਨਾ ਵਾ, ਜਾਂ ਮੈਂ ਅੱਜ ਹੁਣ ਸੁਬਹ ਦਾ ਪੜ੍ਹੀ ਜਾਂਦਾ ਵਾ ਤੇ ਰਾਤ ਨੂੰ ਹੁਣ ਮੈਂ ਇੰਜੋਏ ਕਰਨਾ ਵਾ। ਜਾਣੀ ਕਿ ਦੋਨੇ ਚੀਜ਼ਾਂ ਨੂੰ ਬੈਲੈਂਸ ਕਰਨਾ, ਤੇ ਦੋਨੇ ਚੀਜ਼ਾਂ ਇੱਕ ਦਿਨ 'ਚ ਹੋਣੀਆਂ ਵੀ ਚਾਹੀਦੀਆਂ ਵਾ। ਇੱਕ ਦਿਨ ਵੀ ਏਦਾਂ ਦਾ ਸਕਿਪ ਨਹੀਂ ਹੋਣਾ ਚਾਹੀਦਾ ਜੀ। ਸੋ ਰੋਜ਼ ਡੇਲੀ ਬੇਸਿਸ ਤੇ ਉਹਨੇ ਟ੍ਰਾਂਸਲੇਸ਼ਨ ਕੀਤੀ, ਉਹਨੇ ਡੇਲੀ ਬੇਸਿਸ ਤੇ ਉਹਨੇ ਕੋਈ ਨਾ ਕੋਈ ਬੁੱਕ ਕੋਈ ਨਾ ਕੋਈ ਪੜ੍ਹਦਾ ਰਹਿਣਾ, ਉਹਨੇ ਡੇਲੀ ਬੇਸਿਸ ਤੇ ਉਹਨੇ ਨਵੀਆਂ ਚੀਜ਼ਾਂ, ਖਾਸ ਕਰਕੇ ਰਾਈਟਿੰਗ ਦੀਆਂ ਨਵੀਆਂ ਚੀਜ਼ਾਂ ਉਹਨੇ ਸਿੱਖੀਆਂ ਕਿ ਆਹ ਸਟਰਕਚਰ ਕਿਵੇਂ ਯੂਜ਼ ਹੁੰਦੀ, ਆਹ ਸਟਰਕਚਰ ਕਿਵੇਂ ਯੂਜ਼ ਹੁੰਦੀ। ਐਕਚੁਅਲ ਦੇ ਵਿੱਚ ਜਾਣੀ ਕਿ ਪ੍ਰੈਕਟੀਕਲੀ ਲੈਂਗੁਏਜ ਦੇ ਉੱਪਰ ਕੰਮ ਕਰਨਾ ਜੀ। ਤੇ ਫਿਰ ਆਹ ਚੀਜ਼ ਮੈਟਰ ਹੀ ਨਹੀਂ ਕਰਦੀ ਸੀਗੀ ਕਿ ਉਹਨੇ ਟਾਸਕ 2 ਕਿੰਨੇ ਕੀਤੇ, ਤੇ ਇਕੱਲੇ ਉਹਦੇ ਨਾਲ ਹੀ ਨਹੀਂ ਹੋਇਆ। ਹਰੇਕ ਗਰੁੱਪ ਦੇ ਵਿੱਚੋਂ ਇੱਕ ਨਾ ਇੱਕ ਜਾਂ ਦੋ ਬੱਚੇ ਏਦਾਂ ਦੇ ਨਿਕਲਦੇ ਆ ਹਰੇਕ ਵਾਰੀ, ਜਿਹੜੇ ਕਦੇ ਯਾਨੀ ਕਿ ਮਹੀਨੇ ਮੱਸੇ ਵਾਲੇ ਦਿਨ ਹੀ ਟਾਸਕ ਸੈਂਡ ਕਰਦੇ ਆ ਜੀ, ਟਾਸਕ 1 ਜਾਂ 2, ਉਹ ਵੀ ਕਹਿ ਕੇ ਕਰਾਉਣਾ ਪੈਂਦਾ ਵੀ ਤੁਹਾਡਾ ਕੋਈ ਟਾਸਕ ਪਹੁੰਚਿਆ ਨਹੀਂ ਜੀ ਮੇਰੇ ਕੋਲ। ਬਟ ਉਹ ਬੱਚਿਆਂ ਵਿੱਚ ਇੱਕ ਖਾਸੀਅਤ ਹੁੰਦੀ ਹੈ ਕਿ ਉਹ ਕੁਝ ਨਾ ਕੁਝ ਆਪਦੇ ਵਿੱਚ ਨਵੀਆਂ ਸਟਰਕਚਰਸ, ਨਵੀਂ ਵੋਕੈਬ ਟਾਸਕ 2 ਦੇ ਪਰਪਸ ਤੋਂ, ਤੇ ਜਾਂ ਉਹਨਾਂ ਦੀ ਜੋ ਐਸੇ ਨੂੰ ਪੜ੍ਹਦੇ ਆ ਉਹਦੇ ਵਿੱਚ ਉਹ ਦੇਖਦੇ ਆ ਕਿ ਜੀ ਮੈਂ ਪੁਆਇੰਟ ਨੂੰ ਐਕਸਪਲੇਨ ਕਿਵੇਂ ਕਰਨਾ ਵਾ, ਉਹਨਾਂ ਨੂੰ ਇਹ ਚੀਜ਼ ਪਤਾ ਹੁੰਦੀ ਬਸ। ਤਾਂ ਇਹ ਗੱਲਾਂ ਦਾ ਸਾਰਿਆਂ ਨੇ ਧਿਆਨ ਰੱਖੋ ਜੀ। ਨਵੀਆਂ ਸਟਰਕਚਰਸ ਸਿੱਖਣਾ ਹੀ ਡੇਲੀ ਬੇਸਿਸ ਤੇ ਇੰਪਰੂਵ ਹੋਣ ਦਾ ਰਾਜ ਹੈ ਜੀ। ਇੰਗਲਿਸ਼ ਨੂੰ ਇੰਪਰੂਵ ਕਰਨ ਲਈ 2 ਚੀਜ਼ਾਂ ਚਾਹੀਦੀਆਂ ਡੇਲੀ ਬੇਸਿਸ ਤੇ। ਇੱਕ ਤਾਂ ਨਵੀਂ ਸਟਰਕਚਰਸ ਸਿੱਖੀਆਂ ਜਾਣ ਜੀ ਹਰ ਦਿਨ। ਨੰਬਰਿੰਗ ਨਹੀਂ ਮੈਟਰ ਰੱਖਦੀ, ਤੁਸੀਂ ਅੱਜ ਇੱਕ ਵਰਡ ਦਾ ਯੂਜ਼ ਕਰਨਾ, ਵਰਡ ਨਹੀਂ ਕਹਿ ਰਿਹਾ, ਇੱਕ ਸਟਰਕਚਰ ਦਾ ਯੂਜ਼ ਕਰਨਾ ਸਿੱਖਿਆ ਜਾਂ 2 ਦਾ ਯੂਜ਼ ਕਰਨਾ ਸਿੱਖਿਆ ਜੀ। ਤੁਸੀਂ ਇੱਕ ਨਵੀਂ ਕੰਜੰਕਸ਼ਨ ਸਿੱਖੀ ਅੱਜ ਕਿ ਮੈਂ ਕਿਵੇਂ ਇਹ ਕੰਜੰਕਸ਼ਨ ਦਾ ਯੂਜ਼ ਕਰ ਸਕਦਾ। ਯਾਨੀ ਕਿ ਹਰ ਰੋਜ਼ ਇੱਕ ਨਵੀਂ ਚੀਜ਼ ਤੁਹਾਡੇ ਮਾਈਂਡ 'ਚ ਜਾਣੀ ਚਾਹੀਦੀ ਹੈ। ਜਿੱਦਾਂ ਤੁਹਾਡੇ ਬ੍ਰੇਨ 'ਚ ਇੱਕ ਨਵੀਂ ਸਟਰਕਚਰ ਜਾਂ ਨਵੀਂ ਚੀਜ਼ ਨਹੀਂ ਗਈਗੀ, ਇਹਦਾ ਮਤਲਬ ਤੁਹਾਡੇ ਬ੍ਰੇਨ ਦੇ ਵਿੱਚ ਉਹੀ ਚੀਜ਼ਾਂ ਪਈਆਂ ਵਾ ਜਿਹੜੀਆਂ ਪਰਸੋਂ ਵਾਲੀਆਂ ਸੀਗੀਆਂ ਜੀ। ਯਾਨੀ ਕਿ 10 ਚੀਜ਼ਾਂ ਪਈਆਂ ਵਾ, ਤੁਹਾਨੂੰ ਪਹਿਲਾ ਦਿਨ ਲੰਘ ਗਿਆ, ਦੂਜਾ ਲੰਘ ਗਿਆ, ਤੀਜਾ ਲੰਘ ਗਿਆ, ਤੁਹਾਡੇ ਬ੍ਰੇਨ 'ਚ ਹਲੇ ਵੀ 10 ਦੀਆਂ 10 ਚੀਜ਼ਾਂ ਹੀ ਹੈ ਜੀ। ਇਹਦਾ ਮਤਲਬ ਇਹ ਇੰਪਰੂਵਮੈਂਟ ਨਹੀਂ ਹੈਗੀ। ਇੰਪਰੂਵਮੈਂਟ ਹੁੰਦਾ ਕਿ ਅੱਜ ਮੈਨੂੰ 10 ਚੀਜ਼ਾਂ ਪਤਾ ਸੀ, ਕੱਲ ਨੂੰ ਹੁਣ 11 ਪਤਾ ਲੱਗ ਗਈਆਂ, ਪਰਸੋਂ 12 ਪਤਾ ਲੱਗ ਗਈਆਂ। ਪੇਪਰ ਤੱਕਰ ਜਾਂਦੇ ਜਾਂਦੇ ਬ੍ਰੇਨ ਦੇ ਵਿੱਚ ਕਾਫੀ ਜ਼ਿਆਦਾ ਸਟਰਕਚਰਸ ਇੱਕ ਪਰਸਨ ਪਾ ਲੈਂਦਾ ਵਾ, ਪ੍ਰੈਕਟੀਕਲੀ ਸਿੱਖ ਕੇ, ਤੇ ਉਹ ਚੀਜ਼ ਉਹਦੇ ਬਾਅਦ ਚੋਂ ਬੈਂਡ ਘਟਣ ਨਹੀਂ ਦਿੰਦੀ ਜੀ ਕਦੇ। ਕਈ ਬੱਚੇ ਹੁੰਦੇ ਜਿਹੜੇ ਡੇਲੀ ਬੇਸਿਸ ਤੇ ਕੁਝ ਨਵਾਂ ਨਹੀਂ ਸਿੱਖਦੇ। ਹਮੇਸ਼ਾ ਗੱਲ ਯਾਦ ਰੱਖਿਓ, ਜਿਹੜੀ ਤੁਸੀਂ ਰੀਡਿੰਗ ਕਰਦੇ ਹੋ ਡੇਲੀ ਬੇਸਿਸ ਤੇ, ਜਾਂ ਜੇ ਤੁਸੀਂ ਲਿਸਨਿੰਗ ਕਰਦੇ ਹੋ, ਤੁਸੀਂ ਟਾਸਕ ਲਿਖਿਆ ਵਾ, ਤੁਸੀਂ ਇਹ ਜਿਹੜੀਆਂ ਤਿੰਨੇ ਚੀਜ਼ਾਂ ਕੀਤੀਆਂ ਵਾ ਜੀ, ਇਹ ਤਿੰਨੇ ਚੀਜ਼ਾਂ ਤੁਸੀਂ ਕਿਤੇ ਆਪਣੀ ਪ੍ਰੀਵੀਅਸ ਨੌਲੇਜ ਦੇ ਬੇਸ ਤੇ ਤਾਂ ਹੀ ਨਹੀਂ ਕਰ ਰਹੇਗੇ ਵੀ ਜਿੰਨੀ ਤੁਹਾਨੂੰ ਨੌਲੇਜ ਪਹਿਲਾਂ ਹੈਗੀ ਹੋਈ ਆ। ਯਾਨੀ ਕਿ ਅੱਜ ਟਾਸਕ 2 ਤਾਂ ਲਿਖਿਆ, ਬਟ ਟਾਸਕ 2 ਲਿਖਿਆ ਜਿਹੜਾ ਕੁਝ ਬ੍ਰੇਨ ਦੇ ਵਿੱਚ ਆਲਰੇਡੀ ਹੈਗਾ ਵਾ ਪਿਛਲੇ 10 ਦਿਨਾਂ ਤੋਂ। ਰੀਡਿੰਗ ਕੀਤੀ, ਰੀਡਿੰਗ ਜਿਵੇਂ ਨਾਰਮਲੀ ਜਿਵੇਂ ਡੇਲੀ ਕਰਦੇ ਹੋ ਬਸ। ਲਿਸਨਿੰਗ ਕੀਤੀ, ਲਿਸਨਿੰਗ ਜਿਵੇਂ ਬਸ ਡੇਲੀ ਕਰਦੇ ਹੋ। ਇੱਕ ਬੱਚਾ ਹੁੰਦਾ ਜਿਹੜਾ ਇੱਕ ਨਵੀਂ ਸਟਰਕਚਰ ਇੱਕ ਸਿੱਖਦਾ ਵਾ ਜੀ, ਤਾਂ ਉਹਦੇ ਬ੍ਰੇਨ ਦੇ ਵਿੱਚ 10 ਦੀ ਜਗ੍ਹਾ ਤੇ ਅੱਜ 11 ਚੀਜ਼ਾਂ ਹੋ ਗਈਆਂ। ਰੀਡਿੰਗ ਦੇ ਵਿੱਚੋਂ ਇੱਕ ਨਵੀਂ ਸਟ੍ਰੈਟਜੀ ਸਿੱਖ ਲਈ ਉਹਨੇ, 1 ਤੋਂ 2 ਚੀਜ਼ਾਂ ਆਬਜ਼ਰਵ ਕੀਤੀਆਂ ਉਹਨੇ ਅੱਜ, ਉਹ ਵੀ ਜਾਣੀ ਕਿ ਰੀਡਿੰਗ ਚੋਂ ਵੀ ਵੱਧ ਗਈਆਂ। ਰੀਡਿੰਗ ਚੋਂ ਮੰਨ ਕੇ ਉਹਨੂੰ 12 ਚੀਜ਼ਾਂ ਪਹਿਲਾਂ ਪਤਾ ਸੀ, ਅੱਜ ਇੱਕ ਨਵੀਂ ਚੀਜ਼ ਪਤਾ ਲੱਗੀ ਉਹਨੂੰ ਜਿਹੜੀ ਉਹਨੂੰ ਪਹਿਲਾਂ ਨਹੀਂ ਪਤਾ ਸੀਗੀ, ਜਾਣੀ ਕਿ 13 ਚੀਜ਼ਾਂ ਹੋ ਗਈਆਂ। ਇਸੇ ਤਰ੍ਹਾਂ ਲਿਸਨਿੰਗ ਦੇ ਵਿੱਚੋਂ ਉਹਨੇ ਇੱਕ ਫਰੇਜ਼ ਜਾਂ ਕੋਈ ਇੱਕ ਲਾਈਨ ਆਪਦੇ ਜਾਣੀ ਕਿ ਕਾਪੀ ਤੇ ਲਿਖੀ ਆ, ਜਾਂ ਕੋਈ ਇੱਕ ਵਰਡ ਨੂੰ ਪ੍ਰੋਨਾਊਂਸ ਕਰਨਾ ਸਿੱਖਿਆ ਵੀ ਇਹ ਲਿਸਨਿੰਗ 'ਚ ਇਹਨਾਂ ਨੇ ਕਿਵੇਂ ਛੇਤੀ ਪ੍ਰੋਨਾਊਂਸ ਕੀਤਾ। ਜਾਣੀ ਕਿ ਲਿਸਨਿੰਗ ਦੇ ਵਿੱਚ ਵੀ ਇੱਕ ਨਵੀਂ ਚੀਜ਼ ਐਡ ਹੋ ਗਈ। ਤੇ ਹੁਣ ਇਹਨਾਂ ਕੋਲੇ ਸਾਰੇ ਕੋਲੇ 11, 13 ਤੇ 14 ਅਗਲੇ ਦਿਨ ਸੇਮ ਇੱਕ ਨਵੀਂ ਸਟਰਕਚਰ ਰੱਖ ਕੇ ਇਹ 12 ਹੋ ਗਈਆਂ ਜੀ। ਨਵੀਂ ਇੱਕ ਰੀਡਿੰਗ ਚੋਂ ਚੀਜ਼ ਸਿੱਖ ਲਈ, ਜਾਣੀ ਕਿ ਜਿਹੜਾ ਬੱਚਾ ਪਲੱਸ ਕਰਦਾ ਜਾਂਦਾ ਡੇਲੀ ਬੇਸਿਸ ਤੇ, ਤਾਂ ਸਪੋਜ਼ ਕਰੋ ਜੇ 30 ਦਿਨ ਆ ਤਾਂ ਚੀਜ਼ਾਂ ਕਿੰਨੀਆਂ ਹੋ ਗਈਆਂ ਜੀ। ਤੇ ਕਈ ਵਾਰੀ ਆਪਾਂ ਕਹਿੰਦੇ ਇੰਪਰੂਵਮੈਂਟ ਨਹੀਂ ਹੁੰਦੀ, ਉਹ ਕਿਉਂ ਨਹੀਂ ਹੁੰਦੀ ਜੀ? ਉਹ ਤਾਂ ਨਹੀਂ ਹੁੰਦੀ ਕਿਉਂਕਿ ਪਿਛਲੀ ਵਾਰੀ ਇਗਜ਼ਾਮ ਦਿੱਤਾ ਉਹੀ 10 ਚੀਜ਼ਾਂ ਦੇ ਨਾਲ ਜਿਹੜੀਆਂ ਬ੍ਰੇਨ 'ਚ ਸੀਗੀਆਂ। ਅਗਲੀ ਵਾਰੀ ਇਗਜ਼ਾਮ ਦਿੱਤਾ ਤਾਂ ਸਿਰਫ ਹਲਕੇ ਫੁਲਕੀਆਂ ਜਿਹੀਆਂ ਚੀਜ਼ਾਂ, ਨਵੀਆਂ ਚੀਜ਼ਾਂ ਐਡ ਹੋਈਆਂ, ਨਾ ਕਿ ਬਾਹਲੀਆਂ ਜ਼ਿਆਦਾ ਹੋਈਆਂ। ਇਹ ਚੀਜ਼ ਹਮੇਸ਼ਾ ਯਾਦ ਰੱਖਿਓ ਜੀ। ਟਾਸਕ ਡੇਲੀ ਲਿਖਣ ਦੇ ਨਾਲ ਕੁਆਂਟੀਟੀ ਤੇ ਧਿਆਨ ਜਾਊਗਾ। ਡੇਲੀ ਲਿਖੋ, ਬਟ ਡੇਲੀ ਲਿਖਣ ਤੋਂ ਪਹਿਲਾਂ ਇੱਕ ਰਾਈਟਿੰਗ ਦੀ ਨਵੀਂ ਸਟਰਕਚਰ ਸਿੱਖਣੀ ਤੁਸੀਂ ਸਾਰਿਆਂ ਨੇ। ਉਹ ਕੋਈ ਗ੍ਰਾਮੈਟੀਕਲ ਸਟਰਕਚਰ ਵੀ ਹੋ ਸਕਦੀ ਹੈ ਜੀ, ਉਹ ਵੋਕੈਬ ਵਾਲਾ ਪੋਰਸ਼ਨ ਵੀ ਹੋ ਸਕਦਾ ਵਾ, ਜਾਂ ਉਹ ਤੁਸੀਂ
ਆਪਣੇ ਐਗਜ਼ਾਮਪਲ ਨੂੰ ਨਵੇਂ ਤਰੀਕੇ ਨਾਲ ਦਿਓ ਜਾਂ ਏਦਾਂ ਦੀ ਕੋਈ ਚੀਜ਼ ਵੀ ਹੋ ਸਕਦੀ ਹੈ ਜੀ, ਕੋਈ ਵੀ ਚੀਜ਼ ਹੋ ਸਕਦੀ ਹੈ। ਸਾਰਿਆਂ ਨੂੰ ਪਤਾ ਲੱਗ ਗਿਆ ਜੀ? ਯੈਸ ਔਰ नो? यस सर। हाँ जी सर। ठीक है जी, हाँ जी जी, ओके जी। ਚਲੋ ਜੀ ਹੁਣ ਆਪਾਂ ਅੱਗੇ ਚੱਲਦੇ ਹਾਂ ਜੀ। ਤਾਂ ਅੱਜ ਆਪਾਂ ਕੀ ਕਰਨਾ ਹੈ, ਐਕਚੁਅਲ ਦੇ ਵਿੱਚ ਇੱਕ ਟਾਸਕ 2 ਆ, ਆਪਾਂ ਉਹਨੂੰ ਅੱਜ ਸਟੱਡੀ ਕਰਨਾ ਥੋੜਾ ਜਿਹਾ। ਟਾਸਕ 2 ਆ ਜੀ, ਉਹਨੂੰ ਆਪਾਂ ਸਟੱਡੀ ਕਰਨਾ, ਦੇਖਦੇ ਉਹਦੇ ਵਿੱਚੋਂ ਆਪਾਂ ਨੂੰ ਕਿਹੜੀਆਂ ਕਿਹੜੀਆਂ ਕੰਮ ਦੀਆਂ ਚੀਜ਼ਾਂ ਨਿਕਲਦੀਆਂ ਜੀ ਉਹਦੇ ਚ। ਤਾਂ ਸਕਰੀਨ ਤੇ ਤੁਹਾਨੂੰ ਆ ਸਟੇਟਮੈਂਟ ਹੈ ਜੀ ਉਹਦੀ ਤੁਹਾਡੇ ਸਾਹਮਣੇ ਜੀ, ਸਟੇਟਮੈਂਟ ਇੱਕ ਟਾਸਕ ਦੀ, ਜਿਹਦੇ ਵਿੱਚ ਕੀ ਲਿਖਿਆ ਪਿਆ ਜੀ, ਧਿਆਨ ਨਾਲ ਦੇਖਿਓ। ਜਿਹਦੇ ਵਿੱਚ ਇਹ ਲਿਖਿਆ ਜੀ, ਟੀਚਰ ਲਿਖਿਆ ਕਿ ਸਮ ਸਟੂਡੈਂਟਸ ਵਰਕ ਵਾਈਲ ਸਟੱਡਿੰਗ, ਕੁਝ ਸਟੂਡੈਂਟ ਕੰਮ ਕਰਦੇ ਆ ਜੀ ਸਟੱਡੀ ਕਰਨ ਦੇ ਨਾਲ ਨਾਲ। ਜਿਹੜੀ ਇਹ ਚੀਜ਼ ਹੈ ਜੀ ਆਫਨ ਕਹਿੰਦੇ ਰਿਜ਼ਲਟਸ ਇਨ, ਕਹਿੰਦਾ ਨਤੀਜਾ ਕੀ ਨਿਕਲਦਾ ਵਾ। ਜੇ ਤੁਹਾਨੂੰ ਯਾਦ ਹੋਵੇ ਉਹਦੇ ਆਪਾਂ ਸਟਰਕਚਰ ਕੀਤੀ ਸੀ ਇੱਕ, ਕਿ ਰਿਜ਼ਲਟ ਨਾਉਨ ਨਾ ਹੋ ਕੇ ਕਈ ਵਾਰੀ ਵਰਬ ਦੀ ਜਗ੍ਹਾ ਤੇ ਵੀ ਯੂਜ਼ ਹੁੰਦਾ ਸੀ। ਤੁਹਾਡੇ ਸਾਹਮਣੇ ਆ ਉਹ ਚੀਜ਼, ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਨੋਟ ਕਰਾਉਣਾ ਹੁੰਦਾ ਸਿੱਧੀਆਂ ਪ੍ਰੈਕਟੀਕਲੀ ਤੁਹਾਨੂੰ 2 ਤੋਂ 3 ਦਿਨਾਂ ਦੇ ਵਿੱਚ ਉਹ ਕਿਤੇ ਨਾ ਕਿਤੇ ਅਪੀਅਰ ਹੋ ਜਾਣੀਆਂ ਜੀ। ਚਾਹੇ ਉਹ ਰੀਡਿੰਗ ਤੋਂ, ਚਾਹੇ ਉਹ ਲਿਸਨਿੰਗ ਚ ਬੋਲੇ ਕੋਈ, ਚਾਹੇ ਉਹ ਸਪੀਕਿੰਗ ਚ ਜਾਂ ਉਹ ਰਾਈਟਿੰਗ ਚ। ਤਾਂ ਰਿਜ਼ਲਟ ਨੂੰ ਜਾਣੀ ਕਿ ਰਿਜ਼ਲਟਸ ਇਨ ਆ ਉਹਦੇ ਸਟਰਕਚਰ ਸੀਗੀ ਰਿਜ਼ਲਟਸ ਇਨ। ਇਹ ਚੀਜ਼ ਅਕਸਰ ਕਹਿੰਦੇ ਦਾ ਨਤੀਜਾ ਕੀ ਨਿਕਲਦਾ ਵਾ, ਲੈਕਿੰਗ ਟਾਈਮ ਫॉर ਐਜੂਕੇਸ਼ਨ। ਹੁਣ ਲੈਕ ਦਾ ਲੈਕਿੰਗ ਕਾਹਤੋਂ ਬਣਾਇਆ, ਨੈਚੁਰਲ ਜੀ ਗੱਲ ਹੈ ਜੀ, ਕੋਈ ਵੀ ਪ੍ਰੈਪੋਜੀਸ਼ਨ ਆਊਗੀ ਤਾਂ ਵਰਬ ਦੀ ਫਾਰਮ ਨਾਲ ਆਈਐਨਜੀ ਹੀ ਲੱਗੂਗੀ, ਬਟ ਕੋਈ ਵੀ ਪ੍ਰੈਪੋਜੀਸ਼ਨ ਸ਼ਾਰਟ ਟੂ ਤੋਂ, ਟੂ ਨਾਲ ਹਮੇਸ਼ਾ ਫਸਟ ਫਾਰਮ ਲੱਗਦੀ ਹੈ। ਇਹਦਾ ਮਤਲਬ ਰੀਡਿੰਗ ਦੇ ਵਿੱਚ ਬਲੈਂਕ ਵਿੱਚ ਜੇ ਪਹਿਲਾਂ ਟੂ ਲਿਖਿਆ ਪਿਆ ਹੋਵੇ 100% ਗਰੰਟੀ ਹੈ ਜੀ ਫਸਟ ਫਾਰਮ ਆਨਸਰ ਆਉਣਾ। ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਤੁਹਾਨੂੰ ਬ੍ਰੇਨ 'ਚ ਰੱਖਣੀਆਂ ਪੈਣੀਆਂ ਜੀ, ਨਾ ਰੱਖੋਗੇ ਤਾਂ ਇਹ ਚੀਜ਼ ਫਿਰ ਲੋਸ ਕਰਾ ਜਾਣੀ ਹੈ ਜੀ। ਹਮੇਸ਼ਾ ਯਾਦ ਰੱਖਿਓ, ਜੋ ਤੁਸੀਂ ਐਗਜ਼ਾਮ ਹੁਣ ਦੇਣ ਚੱਲੇ ਹੋ, ਐਕਚੁਅਲ ਦੇ ਵਿੱਚ ਤੁਸੀਂ ਆਪਣੇ ਮਾਈਂਡ ਦੇ ਵਿੱਚ ਨਵੀਆਂ ਸਟ੍ਰੈਟਜੀਜ਼, ਨਵੀਆਂ ਟਿਪਸ, ਨਵੇਂ ਕੁਝ ਕੁ ਫਾਰਮੂਲਾਜ਼, ਨਵੀਆਂ ਕੁਝ ਕੁ ਸਟਰਕਚਰਸ, ਆਹ ਚੀਜ਼ਾਂ ਨੂੰ ਪਲੱਸ ਕਰਕੇ ਬ੍ਰੇਨ ਦੇ ਵਿੱਚ ਦੂਜੀ ਵਾਰੀ ਜਾਂਦੇ ਹੁੰਦੇ ਹੋ ਪੇਪਰ 'ਚ। ਹੁਣ ਮੈਂ ਤੁਹਾਨੂੰ ਕਹਿ ਰਿਹਾ ਕਿ ਜਿਹੜੀ ਤੁਸੀਂ ਆਹ ਚੀਜ਼ ਆਪਣੇ ਬ੍ਰੇਨ 'ਚ ਪਲੱਸ ਕੀਤੀ ਆ, ਜੇ ਤੁਹਾਨੂੰ ਪੇਪਰ ਦਿੰਦੇ ਹੋਏ ਇਹ ਚੀਜ਼ਾਂ ਸਾਰੀਆਂ ਵੈਨਿਸ਼ ਹੀ ਹੋ ਗਈਆਂ ਜਿਹੜੀਆਂ ਤੁਸੀਂ ਪਲੱਸ ਕੀਤੀਆਂ ਸੀ ਐਤਕੀ, ਤੇ ਇਹਦਾ ਮਤਲਬ ਹੁਣ ਤੁਸੀਂ ਜਿਹੜਾ ਪੇਪਰ ਦਿੱਤਾ ਵਾ ਉਹ ਕਿਹੜੀ ਨੌਲੇਜ ਦੇ ਨਾਲ ਦੇ ਰਹੇ ਹੋ? ਉਹ ਦੇ ਰਹੇ ਹੋ ਜੀ ਪ੍ਰੀਵੀਅਸ ਨੌਲੇਜ, ਯਾਨੀ ਕਿ ਆਹ ਤਾਂ ਸਾਰੀਆਂ ਮਾਈਂਡ ਚੋਂ ਡਿਸਅਪੀਅਰ ਹੋ ਗਈਆਂ, ਹੁਣ ਤੁਸੀਂ ਪ੍ਰੀਵੀਅਸ ਤੇ ਫੇਰ ਆ ਗਏ। ਹੁਣ ਇੱਥੇ ਇੱਕ ਡਰਾਬੈਕ ਹੋ ਸਕਦੀ ਹੈ ਜੀ, ਇੱਥੇ ਤੁਹਾਡਾ ਰਿਜ਼ਲਟ ਉਹ ਹੋ ਸਕਦਾ ਵਾ ਜਿਹੜਾ ਪਿਛਲੀ ਵਾਰੀ ਸੀਗਾ। ਕਿਉਂ? ਕਿਉਂਕਿ ਨਵੀਆਂ ਚੀਜ਼ਾਂ ਸਿੱਖੇ ਦਾ ਫਾਇਦਾ ਫੇਰ ਹੀ ਹੋਊਗਾ ਜੀ। ਹਮੇਸ਼ਾ ਯਾਦ ਰੱਖਿਓ, ਜੋ ਆਪਾਂ ਚੀਜ਼ਾਂ ਕਰਦੇ ਰਹਿੰਦੇ ਆ ਨਾ ਜੀ, ਜਿਵੇਂ ਨਾਉਨ ਦੇ ਮੂਰੇ ਐਡਜੈਕਟਿਵ ਲੱਗਿਆ ਪਿਆ, ਇੱਥੇ ਬੀਨ ਤੋਂ ਬਾਅਦ ਚੋਂ ਹੀ ਥਰਡ ਫਾਰਮ ਹੋ ਸਕਦੀ ਆ, ਸ਼ੁੱਡ ਬੀ ਤੋਂ ਬਾਅਦ ਚੋਂ ਜੀ ਥਰਡ ਫਾਰਮ ਵੀ ਹੋ ਸਕਦੀ, ਐਡਜੈਕਟਿਵ ਵੀ। ਇਹ ਚੀਜ਼ਾਂ ਦਾ ਕੋਈ ਵੀ ਫਾਇਦਾ ਨਹੀਂ, 0% ਵੀ ਫਾਇਦਾ ਨਹੀਂਗਾ ਜੇ ਤੁਸੀਂ ਇਹਨਾਂ ਨੂੰ ਰੀਡਿੰਗ ਕਰਦੇ ਟਾਈਮ ਜਾਂ ਪੇਪਰ ਵਿੱਚ ਫਾਈਨਲ ਬੈਠੇ ਟਾਈਮ ਯਾਦ ਰੱਖ ਹੀ ਨਾ ਸਕੇ। ਫਿਰ ਇਹ ਚੀਜ਼ਾਂ ਮਿੱਟੀ ਆ, ਸਮਝ ਲਓ। ਫਿਰ ਤੁਸੀਂ ਸਮਝ ਲਓ ਇਹਨਾਂ ਨੂੰ ਯਾਦ ਰੱਖਣ ਤੇ ਜਿਹੜੀ ਮਿਹਨਤ ਕੀਤੀ ਆ ਉਹ ਸਾਰੀ ਬੇਕਾਰ ਹੋ ਗਈ। ਕਿਉਂਕਿ ਐਕਚੁਅਲ 'ਚ ਹੋਣਾ ਕੀ ਚਾਹੀਦਾ ਸੀ, ਐਕਚੁਅਲ 'ਚ ਰੀਡਿੰਗ ਕਰਦੇ ਹੋਏ ਐਗਜ਼ਾਮ 'ਚ ਬੈਠੇ ਹੋਏ ਇਹ ਚੀਜ਼ਾਂ ਤੁਹਾਡੇ ਮਾਈਂਡ ਦੇ ਵਿੱਚ 90% ਐਤਕੀ ਹੋਣੀਆਂ ਚਾਹੀਦੀਆਂ ਵਾ ਜੀ, ਤਾਂ ਹੀ ਤੁਸੀਂ ਕਹੋਗੇ ਕਿ ਵੀ ਹੁਣ ਸਾਡਾ ਰਿਜ਼ਲਟ ਬੈਟਰ ਆਊਗਾ ਜੀ। ਇਹ ਚੀਜ਼ ਵੀ ਹਮੇਸ਼ਾ ਆਪਣੇ ਮਾਈਂਡ 'ਚ ਰੱਖਣੀ ਹੈ ਜੀ। ਤੁਸੀਂ ਇੱਕ ਨਵਾਂ ਕਨੈਕਟਰ ਸਿੱਖਿਆ ਜੀ, ਮੰਨ ਕੇ ਚੱਲੋ, ਮੈਂ ਤੁਹਾਨੂੰ ਕਹਤਾ ਤੁਸੀਂ ਫੋਰ ਐਗਜ਼ਾਮਪਲ ਨਾ ਲਿਖਿਆ ਕਰੋ ਜੀ, ਮੈਂ ਤੁਹਾਨੂੰ ਕਿਹਾ ਜੀ ਤੁਸੀਂ ਫੋਰ ਐਗਜ਼ਾਮਪਲ ਨਾ ਸਿੱਖਿਆ ਕਰੋ, ਮੈਂ ਤੁਹਾਨੂੰ ਉਹਦੀ ਜਗ੍ਹਾ ਤੇ ਇੱਕ ਨਵੀਂ ਸਟਰਕਚਰ ਸਿਖਾਈ। ਬੈਸਟ ਵੀ ਪਹਿਲਾਂ ਲਿਖੋ ਜੀ, ਟੇਕ ਕੈਨੇਡਾ ਐਜ਼ ਐਨ ਐਗਜ਼ਾਮਪਲ, ਕੋਮਾ ਪਾ ਕੇ ਕਹਿ ਦੋ ਵੇਅਰ, ਇੱਕ ਥੋੜੀ ਜਿਹੀ ਕੰਪਲੈਕਸਿਟੀ ਬਣਾ ਦਿਓ। ਹੁਣ ਤੁਸੀਂ ਫਾਈਨਲ ਦੇ ਵਿੱਚ ਬੈਠੇ ਹੋ ਜੀ, ਐਗਜ਼ਾਮ ਆ ਤੁਹਾਡਾ ਕੱਲ ਨੂੰ, ਫਾਈਨਲ 'ਚ ਬੈਠੇ ਬੈਠੇ ਤੁਸੀਂ ਮਿੰਟੋ ਮਿੰਟ ਹੀ ਲਾਤਾ ਜੀ ਉੱਤੇ ਫੋਰ ਐਗਜ਼ਾਮਪਲ। ਤਾਂ ਮੈਂ ਤੁਹਾਨੂੰ ਕਿਹਾ ਵੀ ਜਿਹੜੀ ਇਹ ਟੇਕ, ਇਹ ਚੀਜ਼ ਦੀ ਵੈਲਿਊ 0% ਹੈ ਜੀ, ਕਿਉਂਕਿ ਇਹ ਮਾਇਨੇ ਨਹੀਂ ਰੱਖਦਾ ਕਿ ਤੁਸੀਂ ਮੈਨੂੰ ਜਿਹੜੇ ਐਸੇ ਸੈਂਡ ਕਰੀ ਜਾਂਦੇ ਹੋ ਉਹਦੇ ਵਿੱਚ ਭਾਵੇਂ ਫੋਰ ਐਗਜ਼ਾਮਪਲ 10 ਵਾਰ ਲਾ ਦਿਓ, ਉਹਦੇ 'ਚ ਭਾਵੇਂ ਕੋਰੈਂਸ ਗਲਤ ਕਰ ਦਿਓ, ਉਹਦੇ ਵਿੱਚ ਭਾਵੇਂ ਪੁਆਇੰਟ ਗਲਤ ਕਰ ਦਿਓ, ਕਿਉਂਕਿ ਉਹ ਤੁਸੀਂ ਕਲਾਸ 'ਚ ਲਿਖ ਰਹੇ ਹੋ। ਪਰ ਉਹ ਚੀਜ਼ ਦਾ ਫਾਇਦਾ ਨਹੀਂ ਨਿਕਲੂਗਾ ਜੇ ਤੁਸੀਂ ਫਾਈਨਲ ਦੇ ਵਿੱਚ ਵੀ ਜਾ ਕੇ ਆਪਣੀਆਂ ਪਹਿਲਾਂ ਵਾਲੀਆਂ ਚੀਜ਼ਾਂ, ਆਪਣੀ ਪਹਿਲੀ ਵਾਲੀ ਨੌਲੇਜ ਦੇ ਬੇਸ ਤੇ ਐਗਜ਼ਾਮ ਦੇ ਆਏ, ਫਿਰ ਇਹ ਚੀਜ਼ ਦਾ ਕੋਈ ਬੈਨੀਫਿਟ ਨਹੀਂ ਹੋਣਾ। ਚੱਲਦੇ ਹਾਂ ਜੀ ਅੱਗੇ। ਤਾਂ ਉਹਨਾਂ ਨੇ ਆਪਾਂ ਨੂੰ ਕਿਹਾ ਜੀ, ਕਹਿੰਦੇ ਜੀ ਕੁਝ ਸਟੂਡੈਂਟ ਸਟੱਡੀ ਕਰਨ ਦੇ ਨਾਲ ਨਾਲ ਕੰਮ ਕਰਦੇ ਆ ਜੀ, ਇਹ ਚੀਜ਼ ਦਾ ਰਿਜ਼ਲਟ ਕੀ ਨਿਕਲਦਾ ਵਾ? ਰਿਜ਼ਲਟ ਨਿਕਲਦਾ ਜੀ ਲੈਕਿੰਗ ਟਾਈਮ ਫॉर ਐਜੂਕੇਸ਼ਨ,
ਸਟੱਡੀ ਲਈ ਘੱਟ ਟਾਈਮ ਬਚਦਾ ਜੀ, ਐਂਡ ਕਨਸਟੈਂਟਲੀ ਫੀਲਿੰਗ ਅੰਡਰ ਪ੍ਰੈਸ਼ਰ, ਲਗਾਤਾਰ ਪ੍ਰੈਸ਼ਰ ਦੇ ਨੀਚੇ ਬੰਦੇ ਨੂੰ ਫੀਲ ਹੁੰਦਾ ਰਹਿੰਦਾ ਵਾ ਜੀ। ਕਹਿੰਦੇ ਜੀ ਸਟੱਡੀ ਦੇ ਨਾਲ ਨਾਲ ਕੰਮ ਕਰਦੇ ਸਟੂਡੈਂਟ, ਉਹਦੇ ਨਾਲ ਕੀ ਹੁੰਦਾ ਜੀ, ਨਤੀਜਾ ਨਿਕਲਦਾ ਸਟੱਡੀ ਲਈ ਘੱਟ ਟਾਈਮ ਬਚਦਾ, ਪ੍ਰੈਸ਼ਰ ਪਿਆ ਰਹਿੰਦਾ ਜੀ। ਕਹਾਣੀ ਤਾਂ ਕੁਝ ਹੋਰ ਹੀ ਹੈ ਜੀ, ਥੱਲੇ ਕੁਐਸਚਨ ਪੁੱਛੇ ਪਏ ਆ ਜੀ, ਆ ਤਾਂ ਵੈਸੇ ਲਾਈਨਾਂ ਲਿਖੀਆਂ ਪਈਆਂ ਜੀ ਇਹਨਾਂ ਨੇ। What do you think are the causes of this? ਇਹਦੇ ਕਾਰਨ ਕੀ ਹੈ ਜੀ, ਉਹ ਕਹਿੰਦੇ ਇਹਦੇ ਜੀ ਕਹਿੰਦੇ ਕਾਰਨ ਕੀ ਹੈ ਜੀ। ਅਗਲੇ ਚ ਪੁੱਛਿਆ ਜੀ what solutions can you suggest? ਕੀ ਸੋਲੂਸ਼ਨ ਹੋ ਸਕਦੇ ਆ ਜੀ, ਇਹ ਚੀਜ਼ ਦੇ ਕਾਰਨ ਕੀ ਹੈ ਜੀ, ਇਹ ਚੀਜ਼ ਦੇ ਸੋਲੂਸ਼ਨ ਕੀ ਹੈ ਜੀ। ਓਕੇ ਜੀ, ਤਾਂ ਹੁਣ ਇੱਥੇ ਸਭ ਤੋਂ ਮੇਨ ਗੱਲ ਇਹ ਹੁੰਦੀ ਹੈ ਜੀ, ਹੁਣ ਇੱਥੇ ਮੇਨ ਗੱਲ ਇਹ ਹੁੰਦੀ ਆ ਕਿ ਇੱਕ ਬੱਚਾ ਜਿਹਦੀ ਥੋੜੀ ਜਿਹੀ ਲੌਜੀਕਲ ਥਿੰਕਿੰਗ ਥੋੜੀ ਜਿਹੀ ਡੀਪ ਜਾਂਦੀ ਹੈ ਬਾਕੀਆਂ ਦੇ ਨਾਲੋਂ। ਦੇਖੋ ਦੋ ਚੀਜ਼ਾਂ ਹੁੰਦੀਆਂ ਜੀ, ਕਈ ਵਾਰੀ ਆਪਾਂ ਨੂੰ ਕਿਸੇ ਚੀਜ਼ ਦੇ ਬਾਰੇ ਬੇਸਿਕ ਨੌਲੇਜ ਹੁੰਦੀ ਹੈ ਤੇ ਉਹ ਬੇਸਿਕ ਨੌਲੇਜ ਆਪਾਂ ਨੂੰ ਕਨਫਿਊਜ਼ਨ ਚ ਨਹੀਂ ਫਸਾਉਣ ਦਿੰਦੀ। ਕਿਉਂ? ਕਿਉਂਕਿ ਨੌਲੇਜ ਹੀ ਬੇਸਿਕ ਹੈ ਜੀ। ਕਨਫਿਊਜ਼ਨ ਕਦੋਂ ਪੈਦਾ ਹੁੰਦੀ ਆ, ਜਦੋਂ ਤੁਸੀਂ ਕਿਸੇ ਚੀਜ਼ ਨੂੰ ਡੀਪ ਸਮਝਣ ਦੀ ਕੋਸ਼ਿਸ਼ ਕਰ ਰਹੇ ਹੋ, ਉੱਥੇ ਕਨਫਿਊਜ਼ਨ ਪੈਦਾ ਹੁੰਦੀ। ਜਿਹੜੇ ਬੱਚੇ ਨੂੰ ਬੇਸਿਕ ਜੀ ਨੌਲੇਜ ਹੈ ਜੀ, ਇੱਥੇ ਹੁਣ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਜੀ, ਹਰ ਇੱਕ ਚੀਜ਼ ਦੀ ਪੋਸੀਬਿਲਿਟੀ ਬਣ ਸਕਦੀ ਆ, ਹਰ ਇੱਕ ਚੀਜ਼ ਦੀ ਪੋਸੀਬਿਲਿਟੀ ਬਣ ਸਕਦੀ। ਕਿਵੇਂ? ਬਸ 2 ਮਿੰਟ ਚਾਹੀਦੇ ਮੈਨੂੰ। ਇੱਕ ਬਹੁਤ ਇੰਟੈਲੀਜੈਂਟ ਬੱਚਾ ਵਾ ਜੀ, ਤੇ ਇੱਕ ਇੰਟੈਲੀਜੈਂਟ ਬੱਚੇ ਦੇ ਮੰਨ ਕੇ ਲੋ ਤੇ 5.5 ਬੈਂਡ ਰਹਿ ਗਏ ਜੀ। ਦੂਸਰੇ ਪਾਸੇ ਇੱਕ ਨਾਰਮਲ ਜਿਹਾ ਬੱਚਾ ਵਾ ਜਿਹੜਾ 6 ਬੈਂਡ ਲਿਆ ਹੈ। ਇੰਟੈਲੀਜੈਂਟ ਬੱਚਾ ਸੀ, ਉਹਦਾ ਟਾਸਕ ਰਿਸਪੌਂਸ ਗਲਤ ਜਾ ਵੜਿਆ, ਤੇ ਜਿਹੜਾ ਆ ਬੱਚਾ ਜ਼ਿਆਦਾ ਆਪਦੇ ਦਿਮਾਗ ਤੇ ਲੋਡ ਨਹੀਂ ਪਾਉਂਦਾ, ਨਾਰਮਲ ਜੇ ਪੁਆਇੰਟ ਬਸ ਸਿੱਧੇ ਸਿੱਧੇ ਜੇ, ਇਹ ਜਾ ਕੇ ਉੱਤੇ 6 ਲਿਆ। ਰੀਜ਼ਨ ਕੀ ਹੋ ਸਕਦਾ ਜੀ? ਰੀਜ਼ਨ ਆਹ ਵਾਲੇ ਐਸੇ ਤੋਂ ਪਤਾ ਲੱਗ ਸਕਦਾ ਜੀ, ਇਹ ਵਾਲੇ ਐਸੇ ਤੋਂ ਆਪਾਂ ਨੂੰ ਰੀਜ਼ਨ ਕਲੀਅਰ ਹੋ ਸਕਦਾ। ਜਿਹੜੇ ਬੱਚੇ ਨੂੰ ਬੇਸਿਕ ਜੀ ਨੌਲੇਜ ਆ, ਬਾਹਲਾ ਡੂੰਘਾਈ ਚ ਜਾ ਕੇ ਨਹੀਂ ਸੋਚਦਾ, ਹੋ ਸਕਦਾ ਉਹਦੇ ਐਸੇ ਦੇ ਵਿੱਚੋਂ 6 ਬੈਂਡ ਆਉਣ। ਜਿਹੜਾ ਬੱਚਾ ਡੀਪ ਲੈਵਲ ਤੇ ਸੋਚ ਜਾਂਦਾ, ਕਈ ਵਾਰੀ ਹੋ ਸਕਦਾ ਜੀ ਉਹਦੇ 5.5 ਰਹਿਣ। ਇਦਾਂ ਹੋ ਕਿਉਂ ਰਿਹਾ? ਧਿਆਨ ਨਾਲ ਦੇਖਿਓ ਜੀ, ਇੱਕ ਨਿੱਕੀ ਜਿਹੀ ਚੀਜ਼ ਆ, ਬਸ ਸ਼ਾਇਦ ਤੁਹਾਨੂੰ ਆਨਸਰ ਮਿਲ ਜੇ ਕਿ ਇਦਾਂ ਕਾਹਤੋਂ ਹੁੰਦਾ। ਜਦੋਂ ਹੀ ਡੀਪ ਥਿੰਕਰ ਨੇ ਇਹ ਸੋਚਿਆ ਕਿ ਜੀ ਇਹਦੇ ਕਾਰਨ ਕੀ ਆ, ਇਹਦੇ ਕਾਰਨ ਕੀ ਆ, ਹੁਣ ਡੀਪ ਥਿੰਕਰ ਇਹ ਚੱਕਰ ਚ ਪੈ ਗਿਆ, ਇਹ ਕਾਰਨ ਕਿਹਦੇ ਪੁੱਛ ਰਹੇ ਆ? ਵਈ ਸਟੱਡੀ ਦੇ ਨਾਲ ਕੰਮ ਕਰਨ ਦੇ ਕਾਰਨ ਪੁੱਛ ਰਹੇ ਆ, ਜਾਂ ਇਹ ਆਹ ਵਾਲੀ ਚੀਜ਼ ਦੇ ਕਾਰਨ ਪੁੱਛ ਰਹੇ ਆ, ਵਈ ਉਹ ਅੰਡਰ ਪ੍ਰੈਸ਼ਰ ਕਾਹਤੋਂ ਰਹਿੰਦੇ ਆ, ਜਾਂ ਟਾਈਮ ਘੱਟ ਕਾਹਤੋਂ ਮਿਲਦਾ। ਇੱਥੇ ਇੱਕ ਬੱਚੇ ਨੇ ਵੈਸੇ ਹੀ ਆਪਣੀ ਥਿੰਕਿੰਗ ਚਲਾ ਲਈ ਜੀ, ਡੀਪ ਥਿੰਕਰ ਨੇ, ਉਹ ਵੈਸੇ ਹੀ ਐਸੇ ਨੂੰ 2 ਭਾਗਾਂ ਚ ਵੰਡ ਕੇ ਬਹਿ ਗਿਆ। ਇੱਥੋਂ ਚੱਕਰ ਪੈ ਜਾਂਦਾ ਜੀ। ਤਾਂ ਕਹਿੰਦੇ ਹੁੰਦੇ ਵੀ ਕਈ ਵਾਰੀ ਜ਼ਿਆਦਾ ਡੀਪ ਚ ਜ਼ਿਆਦਾ ਨੌਲੇਜ, ਜਾਂ ਕਈ ਵਾਰੀ ਕੀ ਰੀਜ਼ਨ ਆ ਵੀ ਇੱਕ ਇੰਟੈਲੀਜੈਂਟ ਪਰਸਨ ਦੇ ਵੀ ਉੱਥੇ ਘਟ ਜਾਂਦੇ ਬੈਂਡ, ਆਹ ਵਾਲੀ ਚੀਜ਼ ਕਰਕੇ। ਹੁਣ ਇਹ ਬੱਚਾ ਜੀ ਇਹ ਚੀਜ਼ ਦੇ ਰੀਜ਼ਨ ਦੱਸਣ ਲੱਗ ਗਿਆ ਜੀ, ਕਾਹਦੇ ਕਾਰਨ? ਅੰਡਰ ਪ੍ਰੈਸ਼ਰ ਦੇ ਜੀ। ਅੰਡਰ ਪ੍ਰੈਸ਼ਰ ਕਾਹਤੋਂ ਰਹਿੰਦੇ ਆ ਜੀ? ਇਹ ਤਾਂ ਟੋਟਲੀ ਇੱਕ ਹੋਰ ਐਸੇ ਬਣ ਗਏ ਜੀ। ਇੱਕ ਬੱਚਾ ਜਿਹੜਾ ਬੇਸਿਕ ਜੀ ਨੌਲੇਜ ਵਾਲਾ ਵਾ, ਉਹਨੇ ਪਹਿਲੀ ਲਾਈਨ ਤੇ ਧਿਆਨ ਰੱਖਿਆ, ਉਹ ਇਹ ਸਮਝਿਆ ਕਿ ਅੱਛਾ ਇਹ ਕਾਰਨ ਮੇਰੇ ਤੋਂ ਪੁੱਛ ਰਹੇ ਆ, ਬਈ ਉਹ ਸਟੱਡੀ ਦੇ ਨਾਲ ਨਾਲ ਕੰਮ ਕਾਹਤੋਂ ਕਰਦੇ ਆ, ਇਹ ਚੀਜ਼ ਦੇ ਕਾਰਨ। ਹੁਣ ਇੱਥੇ ਬੱਚਾ ਸਹੀ ਕਿਹੜਾ ਜੀ? ਇੱਥੇ ਬੱਚਾ ਸਹੀ ਆ ਜਿਹਦੀ ਪਹਿਲੀ ਲਾਈਨ ਸਮਝ ਰਿਹਾ ਜੀ। ਹੁਣ ਤੁਸੀਂ ਕਹੋਗੇ ਸਰ ਆਪਾਂ ਨੂੰ ਕਿਵੇਂ ਪਤਾ ਲੱਗ ਗਿਆ? ਲੈਕਿੰਗ ਟਾਈਮ ਆਫ ਐਜੂਕੇਸ਼ਨ, ਇਹ 1 ਨੰਬਰ ਤੇ ਚੀਜ਼ ਹੈ ਜੀ, ਤੇ ਫੀਲਿੰਗ ਅੰਡਰ ਪ੍ਰੈਸ਼ਰ, ਇਹ ਦੂਜੇ ਨੰਬਰ ਤੇ ਚੀਜ਼ ਹੈ ਜੀ। ਇਹ ਇਹਨਾਂ ਦੋਨਾਂ ਚੀਜ਼ਾਂ ਦੇ ਕਾਰਨ ਨਹੀਂ ਪੁੱਛ ਰਹੇ ਜੀ, ਉਹਨਾਂ ਨੇ ਕਿਸੇ ਸਿੰਗੂਲਰ ਚੀਜ਼ ਦੇ ਕਾਰਨ ਪੁੱਛੇ ਆ ਜੀ। ਦਿਸ ਕਿਹਨੂੰ ਡਿਨੋਟ ਕਰਦਾ ਸੀਗਾ? ਵਰਕ ਵਾਈਲ ਸਟੱਡਿੰਗ। ਉਹਨਾਂ ਨੇ ਇਹਦੇ ਕਾਰਨ ਪੁੱਛਿਆ ਕਿ ਸਟੱਡੀ ਦੇ ਨਾਲ ਨਾਲ ਕੰਮ ਕਰਨ ਦੇ ਕੀ ਕਾਰਨ, ਕਾਹਤੋਂ ਸਟੂਡੈਂਟ ਕਰਦੇ ਇਦਾਂ ਜੀ, ਨਾ ਕਿ ਆਹ ਚੀਜ਼ਾਂ ਦੇ ਬਾਰੇ, ਆਹ ਟਾਸਕ ਰਿਸਪੌਂਸ ਤੋਂ ਬਾਹਰ ਲੈ ਕੇ ਜਾਣ ਵਾਲੀਆਂ ਚੀਜ਼ਾਂ ਜੀ। ਇੱਥੇ ਡੀਪ ਥਿੰਕਰ ਕਈ ਵਾਰੀ ਫਸ ਜਾਂਦਾ ਜੀ ਇੱਥੇ ਆ ਕੇ। ਚਲੋ ਜੀ, ਸੋ ਪਹਿਲੇ ਬੀਪੀ ਚ ਕਾਰਨ ਆ ਜੀ ਕਿ ਸਟੱਡੀ ਦੇ ਨਾਲ ਨਾਲ ਕੰਮ ਕਿਉਂ ਕਰਦੇ ਆ, ਦੂਸਰਾ ਸੋਲੂਸ਼ਨ ਕੀ ਹੋ ਸਕਦੇ ਆ ਜੀ ਇਹ ਚੀਜ਼ ਦੇ। ਚਲੋ ਜੀ ਜਾ ਕੇ ਦੇਖਦੇ ਆਪਾਂ। ਤਾਂ ਮੈਨੂੰ ਇੱਕ ਵਾਰੀ ਯੈਸ ਔਰ ਨੋ ਦੱਸ ਦੋ ਕਿ ਜਿਹੜੀ ਚੀਜ਼ ਮੈਂ ਸਮਝਾਈ ਹੈ ਜੀ ਤੁਹਾਨੂੰ 50% ਵੀ ਪਤਾ ਲੱਗ ਗਈ ਤਾਂ ਬਹੁਤ ਵੱਡੀ ਗੱਲ ਹੈ ਜੀ। ਲੱਗਿਆ ਪਤਾ ਜੀ ਉਹ ਚੀਜ਼ ਦਾ? ਹਾਂਜੀ ਸਰ। ਓਕੇ ਜੀ, ਠੀਕ ਹੈ। ਚਲੋ ਜੀ ਚੱਲਦੇ ਹੁਣ ਆਪਾਂ ਐਸੇ ਦੇ ਉੱਪਰ ਚੱਲਦੇ ਹਾਂ ਜੀ। ਤਾਂ ਐਸੇ ਆਪਣਾ ਆ ਵਾ ਜੀ, ਆਪਾਂ ਐਕਚੁਅਲ ਦੇ ਵਿੱਚ ਅੱਜ ਕਰਨਾ ਕੀ ਆ, ਮੇਨ ਆਪਾਂ ਇਹਨੂੰ ਥੋੜਾ ਜਿਹਾ ਸਟੱਡੀ ਕਰਨਾ, ਬਸ ਨਵੀਆਂ ਚੀਜ਼ਾਂ ਸਿੱਖ ਲਾਂਗੇ ਜੀ। ਐਸੇ ਤੁਸੀਂ ਵੀ ਲਿਖੋਗੇ, ਡੋਂਟ ਵਰੀ, ਤੁਹਾਨੂੰ ਵੀ ਮੈਂ ਇੱਕ ਸਟੇਟਮੈਂਟ ਦਊਂਗਾ, ਬਟ ਇਹਨੂੰ ਆਪਾਂ ਥੋੜਾ ਸਟੱਡੀ ਕਰਨਾ ਜੀ।
ਮੇਰਾ ਇਹ ਮੰਨਣਾ ਕਿ ਸਭ ਤੋਂ ਜ਼ਿਆਦਾ ਜਿਹੜਾ ਟੂਲ ਪਾਵਰਫੁਲ ਹੁੰਦਾ ਵਾ ਜੀ ਲਰਨਿੰਗ ਦਾ, ਹਮੇਸ਼ਾ ਯਾਦ ਰੱਖਿਓ ਜੀ, ਲਰਨਿੰਗ ਦਾ ਸਭ ਤੋਂ ਪਾਵਰਫੁਲ ਟੂਲ ਆਬਜ਼ਰਵੇਸ਼ਨ ਹੁੰਦਾ। ਜਿੰਨੀ ਚੀਜ਼ ਤੁਸੀਂ ਇੱਕ ਤੁਹਾਡੇ ਸਾਹਮਣੇ ਪਈ ਹੋਈ ਚੀਜ਼ ਤੋਂ ਸਿੱਖਦੇ ਹੋ, ਉਨੀ ਚੀਜ਼ ਨਹੀਂ ਸਿੱਖੀ ਜਾਂਦੀ ਜੀ ਕਿਸੇ ਵੀ ਚੀਜ਼ ਤੋਂ। ਤੇ ਮੈਂ ਤਾਂ ਇਹ ਥੋੜੇ ਕੁ ਦਿਨਾਂ ਬਾਅਦ ਡਿਸਕਸ ਕਰਦਾ ਹਾਂ ਤਾਂ ਕਿ ਤੁਸੀਂ ਦੇਖ ਸਕੋ ਬਈ ਮੇਰੀ ਜਗ੍ਹਾ ਤੇ ਇੱਕ ਹੋਰ ਰਾਈਟਰ ਕਿਵੇਂ ਲਿਖਦਾ। ਚਲੋ ਜੀ, ਉਹਨਾਂ ਨੇ ਕੀ ਕਿਹਾ ਜੀ, ਸਟੇਟਮੈਂਟ ਤੁਸੀਂ ਪੜ੍ਹ ਹੀ ਲਈ ਜੀ। ਹਰ ਇੱਕ ਐਸੇ ਦੀਆਂ ਕੁਝ ਕਮੀਆਂ ਹੁੰਦੀਆਂ, ਕੁਝ ਪੋਜ਼ਿਟਿਵ ਪੁਆਇੰਟ ਹੁੰਦੇ ਜੀ ਅੱਡੋ ਅੱਡ ਪਰਸਪੈਕਟਿਵ ਤੋਂ। ਕੀ ਕਹਿੰਦੇ ਜੀ, ਨਾਓ ਡੇਜ਼ ਅੱਜ ਕੱਲ੍ਹ ਜੀ ਕਹਿੰਦੇ ਲੋਟ ਆਫ ਸਟੂਡੈਂਟਸ ਆ ਹੂ ਰਿਲੇਟਿਵ ਪ੍ਰਨਾਉਨ ਲਾਇਆ ਜੀ, ਹੂ ਵਰਕ ਵਾਈਲ ਸਟੱਡਿੰਗ। ਕਹਿੰਦੇ ਜੀ ਭਾਵੇਂ ਜਿਹੜੀ ਇਹ ਟੈਂਡੈਂਸੀ ਆ, ਇਹਨਾਂ ਨੇ ਇਹ ਟੈਂਡੈਂਸੀ ਕਹਿਤਾ, ਉਹਨਾਂ ਨੇ ਕੀ ਕਿਹਾ ਸੀਗਾ ਦਿਸ ਆਫਨ, ਉਹਨਾਂ ਨੇ ਕੱਲਾ ਦਿਸ ਕਿਹਾ ਸੀ, ਇਹਨਾਂ ਨੇ ਦਿਸ ਟੈਂਡੈਂਸੀ ਲਾਤਾ ਜੀ। ਇਹ ਨੇਚਰ ਆ ਜਿਹੜਾ, ਟੈਂਡੈਂਸੀ ਦਾ ਮਤਲਬ ਇਹ ਜਿਹੜਾ ਨੇਚਰ ਆ ਸਟੱਡੀ ਦੇ ਨਾਲ ਕੰਮ ਕਰਨਾ, ਮੇ ਲੀਡ ਟੂ, ਧਿਆਨ ਨਾਲ ਦੇਖਿਓ ਜੀ, ਉਹਨਾਂ ਨੇ ਕਿਹਾ ਸੀਗਾ ਰਿਜ਼ਲਟਸ ਇਨ, ਇਹਨਾਂ ਨੇ ਕਹਿੰਦੇ ਲੀਡ ਟੂ। ਇਹਦੇ ਤੋਂ ਇੱਕ ਹੀ ਚੀਜ਼ ਪਤਾ ਲੱਗਦੀ ਹੈ ਕਿ ਇਹ ਇੱਕ ਦੂਜੇ ਦੇ ਸਿਨੋਨਿਮ ਹੈ। ਹੁਣ ਆਪਣੇ ਬ੍ਰੇਨ ਦੀ ਕ੍ਰੀਏਟੀਵਿਟੀ, ਹੁਣ ਕਹੋ ਕਿ ਕੀ ਮੈਂ ਐਗਜ਼ਾਮਪਲ ਜਿਹੜੀ ਇਹਦੇ ਨਾਲ ਬਣਾ ਸਕਦਾ, ਸੇਮ ਉਹਦੇ ਨਾਲ ਪੋਸੀਬਲ ਹੋ ਸਕਦੀ ਹੈ। ਫੋਰ ਐਗਜ਼ਾਮਪਲ ਰੀਡਿੰਗ ਬੁੱਕਸ, ਇੱਕ ਵਾਰੀ ਇਹਨੂੰ ਬਣਾਓ ਜੀ ਜਾਣੀ ਕਿ ਰਿਜ਼ਲਟ ਇਨ ਰੀਡਿੰਗ ਬੁੱਕਸ, ਕਿਉਂਕਿ ਮੈਂ ਬੁੱਕਸ ਕਿਹਾ ਸੀਗਾ ਤਾਂ ਕਰਕੇ ਰਿਜ਼ਲਟ ਲਿਖਣਾ ਪਿਆ। ਰੀਡਿੰਗ ਬੁੱਕਸ, ਹੁਣ ਇੱਥੇ ਆਪਾਂ ਬੁੱਕ ਨੂੰ ਦੇਖ ਕੇ ਨਹੀਂ ਲਾ ਰਹੇ, ਸੌਰੀ ਆਪਾਂ ਜੀਰਡ ਨੂੰ ਵੇਖ ਕੇ ਲਾ ਰਹੇ ਹਾਂ। ਰੀਡਿੰਗ ਬੁੱਕਸ ਰਿਜ਼ਲਟਸ ਇਨ ਬੈਟਰ ਕਮਿਊਨੀਕੇਸ਼ਨ ਸਕਿੱਲ। ਠੀਕ ਹੈ ਜੀ, ਆ ਮੈਂ ਰਿਜ਼ਲਟਸ ਇਨ ਲਾ ਕੇ ਬਣਾਇਆ। ਇਸੇ ਸੈਂਟੈਂਸ ਨੂੰ ਹੁਣ ਕਿਵੇਂ ਬਣਾਤਾ ਜੀ, ਰੀਡਿੰਗ ਬੁੱਕਸ ਲੀਡਸ ਟੂ ਬੈਟਰ ਕਮਿਊਨੀਕੇਸ਼ਨ ਸਕਿੱਲ। ਇਹਦੇ ਤੋਂ ਇੱਕ ਹੀ ਚੀਜ਼ ਸਾਬਿਤ ਹੋਈ ਜੀ ਕਿ ਲੀਡ ਟੂ ਦੀ ਜਗ੍ਹਾ ਤੇ ਇੱਕ ਨਵੀਂ ਸਟਰਕਚਰ ਲਿਖ ਸਕਦੇ ਆ, ਰਿਜ਼ਲਟਸ ਇਨ। ਇਹੀ ਚੀਜ਼ਾਂ ਇੱਕ ਕ੍ਰੀਏਟਿਵ ਬੱਚਾ ਸਿੱਖਦਾ ਹੁੰਦਾ ਜੀ। ਹੁਣ ਨੋ ਮੈਟਰ ਕਿ ਇਹ ਟਾਸਕ ਲਿਖ ਰਿਹਾ ਜਾਂ ਨਹੀਂ, ਐਕਚੁਅਲ ਚ ਟਾਸਕ ਨੂੰ ਲਿਖਣਾ ਕਿਵੇਂ ਆ ਡੇਲੀ ਬੇਸਿਸ ਤੇ ਸਿੱਖਦਾ ਜੀ। ਇਹ ਚੀਜ਼ ਯਾਦ ਰੱਖਿਓ ਜੀ। ਓਕੇ ਜੀ, ਕਹਿੰਦੇ ਜੀ ਇਹ ਟੈਂਡੈਂਸੀ ਕਿੱਥੋਂ ਤੱਕ ਲੈ ਕੇ ਆਉਂਦੀ ਹੈ, ਨੈਗੇਟਿਵ ਰਿਜ਼ਲਟਸ ਤੱਕ ਲੈ ਜਾਂਦੀ ਹੈ ਜੀ। ਭਾਵੇਂ ਇਹ ਟੈਂਡੈਂਸੀ ਕਹਿੰਦੇ ਨੈਗੇਟਿਵ ਰਿਜ਼ਲਟਸ ਤੱਕ ਲੈ ਜਾਂਦੀ ਆ, ਪਰ the number of young people, ਉਹ ਲੋਕੀ ਜਿਹੜੇ sacrifice education for work is growing। ਕਹਿੰਦੇ ਜੀ ਇਹ ਚੀਜ਼ ਨੈਗੇਟਿਵ ਰਿਜ਼ਲਟ ਤੱਕ ਲੈ ਕੇ ਜਾਂਦੀ ਹੈ ਭਾਵੇਂ, ਬਟ ਜੀ ਜਿਹੜੇ ਲੋਕ ਆ ਨਾ ਉਹ ਵੱਧ ਰਹੇ ਆ, ਜਿਹੜੇ ਲੋਕ ਆ ਨਾ ਜਿਹੜੇ ਸਟੱਡੀ ਦੇ ਨਾਲ ਨਾਲ ਕੰਮ ਕਰਦੇ ਆ ਉਹ ਹੁਣ ਗਰੋ ਹੋ ਰਹੇ ਜੀ। ਉਹ ਕਹਿੰਦੇ I believe that this problem has certain causes and can be solved by taking special measures। measures ਹੁੰਦਾ solutions। ਠੀਕ ਹੈ ਜੀ, ਆ ਇਹਨਾਂ ਦੀ ਹੋਗੀ ਜੀ ਪੈਰਾਫਰੇਜ਼ਿੰਗ, ਆ ਹੋਗੀ ਜੀ ਥੀਸਿਸ। ਕਾਪੀ ਕੋਈ ਲਾਈਨ ਨਹੀਂ ਕਰਨੀ ਜੀ, ਜਸਟ ਦੇਖ ਰਹੇ ਆ ਰਾਈਟਰ ਕਿੱਦਾਂ ਲਿਖਦਾ। ਪੜ੍ਹਨ ਦਾ ਮਤਲਬ ਏਦਾਂ ਨਹੀਂ ਹੁੰਦਾ ਕਾਪੀ ਕਰ ਲਓ, ਪੜ੍ਹਨ ਦਾ ਮਤਲਬ ਹੁੰਦਾ ਦੇਖਣਾ ਕਿ ਇੱਕ ਐਸੇ ਕਿੱਦਾਂ ਲਿਖਿਆ ਗਿਆ, ਕਿਵੇਂ ਕੋਰੈਂਸ ਕੰਮ ਕੀਤੀ, ਕਿਹੜੇ ਲੈਵਲ ਦੀ ਵੋਕੈਬ ਆ ਇਹਦੇ ਵਿੱਚ। ਚਲੋ ਅੱਗੇ ਚੱਲਦੇ ਹਾਂ ਜੀ ਬੀਪੀ ਉੱਪਰ। ਆ ਬੀਪੀ ਫਸਟ ਹੈ ਜੀ ਤੁਹਾਡੇ ਕੋਲੇ। ਕੀ ਕਹਿੰਦੇ ਜੀ ਇਹਨਾਂ ਨੇ ਬੀਪੀ ਸਟਾਰਟ ਕੀਤਾ ਜੀ, ਕਹਿੰਦੇ ਇਟ ਇਜ਼ apparent that, ਇਹ ਕਹਿੰਦੇ ਦੇਖਿਆ ਜਾਂਦਾ ਵਾ। ਕੀ ਦੇਖਿਆ ਜਾਂਦਾ ਜੀ, most of the students, ਜ਼ਿਆਦਾਤਰ students who work, ਜਿਹੜੇ ਕੰਮ ਕਰਦੇ ਆ ਜੀ, have many financial expenses to meet। ਇਹਨੇ ਰੀਜ਼ਨ ਲਿਖਿਆ ਜੀ, ਇਹ ਪਹਿਲੇ ਨੰਬਰ। ਉਹਨਾਂ ਨੇ ਆਪਣੇ ਤੋਂ ਪੁੱਛਿਆ ਸੀ ਰੀਜ਼ਨ, ਇਹਨੇ ਪਹਿਲੀ ਲਾਈਨ 'ਚ ਰੀਜ਼ਨ ਦੇਤਾ ਜੀ। ਕਹਿੰਦਾ ਜੀ ਇਹ ਦੇਖਿਆ ਗਿਆ ਕਿ ਜ਼ਿਆਦਾਤਰ ਸਟੂਡੈਂਟ ਜਿਹੜੇ ਕੰਮ ਕਰਦੇ ਆ ਨਾ ਉਹ ਕਿਉਂ ਕਰਦੇ ਆ, ਕਿਉਂਕਿ ਉਹਨਾਂ ਕੋਲੇ ਫਾਈਨੈਂਸ਼ੀਅਲ ਐਕਸਪੈਂਸਸ ਟੂ ਮੀਟ, ਹੈਵ ਮੈਨੀ ਫਾਈਨੈਂਸ਼ੀਅਲ ਐਕਸਪੈਂਸਸ ਟੂ ਮੀਟ। ਟੂ ਮੀਟ ਦਾ ਮਤਲਬ ਕੀ ਹੁੰਦਾ ਜੀ, ਕਹਿੰਦੇ ਜੀ ਉਹਨਾਂ ਦੇ ਖਰਚੇ ਬਹੁਤ ਹੁੰਦੇ ਆ ਜੀ ਗੁਜ਼ਾਰਾ ਕਰਨ ਨੂੰ। ਟੂ ਮੀਟ ਦਾ ਮਤਲਬ ਗੁਜ਼ਾਰਾ ਕਰਨਾ, ਉਹਨਾਂ ਦੇ ਖਰਚੇ ਬਹੁਤ ਹੁੰਦੇ ਆ ਜੀ ਕਹਿੰਦੇ ਗੁਜ਼ਾਰਾ ਕਰਨ ਨੂੰ, ਤਾਂ ਕਰਕੇ ਕਹਿੰਦੇ ਉਹ ਸਟੱਡੀ ਦੇ ਨਾਲ ਨਾਲ ਕੰਮ ਕਰਦੇ। ਵਨ ਕਾਮਨ ਕਾਜ਼, ਇੱਕ ਕਹਿੰਦੇ ਕਾਮਨ ਕਾਜ਼ ਆ ਜਿਹੜਾ ਉਹ ਇਹ ਆ ਹਾਈ ਕਾਸਟ ਆਫ ਐਜੂਕੇਸ਼ਨ। ਉਹਨੇ ਪਿਛਲੀ ਲਾਈਨ 'ਚ ਕਿਹਾ ਵਾ ਜੀ, ਧਿਆਨ ਨਾਲ ਦੇਖਿਓ, ਉਹਨੇ ਪਿਛਲੀ ਲਾਈਨ 'ਚ ਕਿਹਾ ਜੀ ਉਹਨਾਂ ਦੇ ਐਕਸਪੈਂਸਸ ਕਾਫੀ ਹੁੰਦੇ ਆ ਤਾਂ ਉਹ ਕੰਮ ਕਰਦੇ ਆ, ਤੇ ਉਹਨੇ ਪਹਿਲੇ ਨੰਬਰ ਵਾਲਾ ਐਕਸਪੈਂਸਸ ਦੱਸਿਆ ਐਗਜ਼ਾਮੀਨਰ ਨੂੰ।
ਕਿ ਇੱਕ ਐਕਸਪੈਂਸਿਸ ਉਹਨਾਂ ਵਿੱਚੋਂ ਹੈਗਾ ਜੀ ਹਾਇਰ ਕਾਸਟ ਆਫ ਐਜੂਕੇਸ਼ਨ। ਧਿਆਨ ਨਾਲ ਜਾ ਕੇ ਦੇਖੋ, ਐਕਸਪੈਂਸਿਸ ਦੱਸਤਾ ਇੱਕ ਗਾਂ ਜਾ ਕੇ, ਹਾਇਰ ਕਾਸਟ ਆਫ ਐਜੂਕੇਸ਼ਨ, ਹਾਈ ਕਾਸਟ। ਹੁਣ ਗਾਂ ਜਾ ਕੇ ਐਕਸਪਲੇਨ ਕਰਨ ਲੱਗਾ, ਐਸ ਤੋਂ ਸਟਾਰਟ ਕੀਤਾ, ਦੇਖੋ ਬਿਕੋਜ਼ ਤੋਂ ਨਹੀਂ ਕੀਤਾ। ਤੁਹਾਡੇ ਵਿੱਚੋਂ ਕਈ ਲਗਾਤਾਰ ਕਹਿਣ ਦੇ ਬਾਵਜੂਦ ਵੀ ਬਿਕੋਜ਼ ਤੋਂ ਸ਼ੁਰੂ ਕਰੀ ਜਾਂਦੇ। ਦੇਖੋ ਤੁਹਾਡੇ ਸਾਹਮਣੇ ਲਿਖਿਆ ਪਿਆ ਜੀ, ਬਿਕੋਜ਼ ਤੋਂ ਸ਼ੁਰੂ ਕੀਤਾ ਉਹਨਾਂ ਨੇ, ਸ਼ੁਰੂ ਐਸ ਤੋਂ ਕੀਤਾ ਜੀ, ਸਿੰਸ ਤੋਂ ਕਰ ਸਕਦੇ ਸੀਗੇ, ਬਿਕੋਜ਼ ਤੋਂ ਨਹੀਂ। ਕਿਉਂਕਿ ਇਹਦਾ ਇੱਥੇ ਮਤਲਬ ਕੀ ਹੈ, ਕਿਉਂਕਿ ਤੇ ਗਾਂ ਜਾ ਕੇ ਆ ਦੇਖੋ ਜੀ ਕੋਮਾ ਲਾਇਆ ਪਿਆ, ਇਹ ਖੁਦ ਵਿੱਚ ਕੰਪਲੈਕਸ ਸੈਂਟੈਂਸ ਆ। ਐਕਸਪਲੇਨ ਕਰਨ ਦੇ ਲਈ ਕੰਪਲੈਕਸਿਟੀ ਯੂਜ਼ ਕਰਨਾ ਸਭ ਤੋਂ ਸੌਖਾ ਤਰੀਕਾ ਹੁੰਦਾ ਬੈਂਡ ਲਿਆਉਣ ਦਾ। ਐਕਸਪਲੇਨ ਕਰਦੇ ਹੋਏ ਕੋਈ ਵੀ ਰਾਈਟਰ ਇੰਨੀ ਫਾਲਤੂ ਦੀ ਟੈਨਸ਼ਨ ਨਹੀਂ ਲੈਂਦਾ ਕਿ ਸਟਾਰਟਿੰਗ ਚ ਕੰਪਲੈਕਸਿਟੀ ਦਿਖਾਉਣ ਲੱਗ ਜੀ। ਅਗਲੀ ਵੀ ਸਿੰਪਲ ਆ, ਕੰਪਲੈਕਸਿਟੀ ਇੱਥੋਂ ਸਟਾਰਟ ਹੋਈ ਹੈ ਜੀ, ਕਿਉਂਕਿ ਉਹਨੇ ਐਕਸਪਲੇਨ ਕਰਨਾ ਸੀਗਾ ਜੀ। ਕਹਿੰਦੇ ਜੀ ਕਿਉਂਕਿ ਕਾਫੀ ਕੁਲੀਗ, ਕਹਿੰਦੇ ਕਾਫੀ ਕਾਲਜਸ ਤੇ ਯੂਨੀਵਰਸਿਟੀਜ਼ ਜਿਹੜੀਆਂ ਹੈਗੀਆਂ ਸੈਟ ਹਾਈ ਟਿਊਸ਼ਨ ਫੀਸ। ਦੇਖੋ ਕੱਲਾ ਫੀਸ ਨਾ ਕਹਿ ਕੇ ਟਿਊਸ਼ਨ ਫੀਸ, ਤੁਸੀਂ ਕੈਨੇਡਾ ਦੀ ਫਾਈਲ ਲਾਓਗੇ ਜੀ ਤਾਂ ਤੁਹਾਡੀ ਆਫਰ ਲੈਟਰ ਦੇ ਉੱਪਰ ਲਿਖਿਆ ਪਿਆ ਹੋਊਗਾ ਟਿਊਸ਼ਨ ਫੀਸ ਹਾਂਜੀ $12,000। ਹੁਣ ਇਹ ਟਿਊਸ਼ਨ ਏਦਾਂ ਥੋੜੀ ਕਹਿ ਰਹੇ ਜਿਵੇਂ ਆਪਣੇ ਹੁੰਦਾ ਜੀ ਘੰਟੇ ਦੀ ਟਿਊਸ਼ਨ 2 ਤੋਂ 3, ਉਹ ਯੂਨੀਵਰਸਿਟੀ ਫੀਸ ਨੂੰ ਵੀ ਟਿਊਸ਼ਨ ਫੀਸ ਕਹਿ ਦਿੰਦੇ ਆ ਜੀ, ਤਾਂ ਕਰਕੇ ਇਹਨਾਂ ਨੇ ਲਿਖਿਆ ਟਿਊਸ਼ਨ ਫੀਸ। ਕਹਿੰਦੇ ਜੀ ਉਹਨਾਂ ਦੀ ਟਿਊਸ਼ਨ ਫੀਸ ਆਈ ਹੁੰਦੀ ਆ ਕਿਉਂਕਿ ਕਹਿੰਦੇ ਕੁਝ ਕਾਲਜ ਤੇ ਯੂਨੀਵਰਸਿਟੀ ਟਿਊਸ਼ਨ ਫੀਸ ਹਾਈ ਹੁੰਦੀ ਹੈ, ਤਾਂ ਕਰਕੇ ਸਮ ਫੈਮਲੀਜ਼ ਕਾਂਟ, ਆਪਾਂ ਸਿੱਧੀ ਫਸਟ ਫਾਰਮ ਲਿਖਣੀ ਸੀ, ਕਾਂਟ ਅਫੋਰਡ। ਇਹ ਜਾਣ ਬੁੱਝ ਕੇ ਮੂਰੇ ਐਡਵਰਬ ਪਾ ਰਹੇ ਆ ਤਾਂ ਕਿ ਕੋਲੋਕੇਸ਼ਨ ਲੱਗ ਸਕੇ ਜੀ, ਐਡਜੈਕਟਿਵ ਤੇ ਐਡਵਰਬ, ਇਹ ਕੋਲੋਕੇਸ਼ਨਸ ਜੀ। ਕਾਂਟ ਫੁਲੀ ਅਫੋਰਡ, ਕੱਲਾ ਅਫੋਰਡ ਨਹੀਂ ਕਿਹਾ, ਕਾਂਟ ਫੁਲੀ ਅਫੋਰਡ। ਸੇਮ ਚੀਜ਼ ਸਪੀਲਿੰਗ ਚ, ਸਪੀਕਿੰਗ ਚ ਵੀ ਸੇਮ ਚੀਜ਼ ਹੀ ਹੁੰਦੀ ਜੀ। ਤੇ ਕੀ ਕਹਿੰਦੇ, ਫੁਲੀ ਅਫੋਰਡ ਦਾ ਹਾਇਰ ਐਜੂਕੇਸ਼ਨ ਆਫ देयर ਚਿਲਡਰਨ। ਆ ਉਹਨਾਂ ਨੇ ਕਾਰਨ ਪਹਿਲਾਂ ਦੱਸਿਆ ਜੀ, ਇਹਨੂੰ ਐਕਸਪਲੇਨ ਕਰਤਾ ਜੀ। ਕੌਨਸੀਕੁਐਂਟਲੀ ਬਾਅਦ ਚੋਂ ਰਿਜ਼ਲਟ ਕੱਢਿਆ ਜੀ, ਕੌਨਸੀਕੁਐਂਟਲੀ these ਸਟੂਡੈਂਟਸ, ਕਿਹੜੇ ਸਟੂਡੈਂਟਸ, ਪਿੱਛੇ ਐਗਜ਼ਾਮੀਨਰ ਨੂੰ ਆਹ ਵਾਲਾ ਸਬਸਟੀਟਿਊਸ਼ਨ ਜਿਹੜੇ ਹੁੰਦੇ ਆ ਜੀ, ਆਹ ਵਾਲੀਆਂ ਚੀਜ਼ਾਂ, ਦਿਸ ਹੋ ਗਿਆ, ਫਿਰ ਇਟ ਹੋ ਗਿਆ, ਫਿਰ ਦੈਟ ਹੋ ਗਿਆ, ਫਿਰ these ਹੋ ਗਿਆ, ਦੇ ਹੋ ਗਿਆ, ਸੱਚ ਐਜ਼ ਹੋ ਗਿਆ। ਇਹ ਚੀਜ਼ਾਂ ਕੋਰੈਂਸ ਨੂੰ ਵਧਾਉਣ ਦੇ ਵਿੱਚ ਸਭ ਤੋਂ ਜ਼ਿਆਦਾ ਹੈਲਪਫੁਲ ਹੈ ਜੀ। ਮੈਂ ਤੁਹਾਡੇ ਤੋਂ ਪੁੱਛਾਂ ਕਿਹੜੇ ਸਟੂਡੈਂਟ, ਤੁਸੀਂ ਕਹਿੰਦੇ ਜਿਹੜੇ ਫੀਸ ਨਹੀਂ ਅਫੋਰਡ ਕਰ ਸਕਦੇ, ਇਹਨੂੰ ਕਹਿੰਦੇ ਆ ਸੈਂਟੈਂਸ ਨੂੰ ਸੈਂਟੈਂਸ ਨਾਲ ਜੋੜਨਾ, ਨਾ ਕਿ ਕੱਲਾ ਕਨੈਕਟਰੀ ਜੋੜਦਾ ਵਾ ਜੀ। ਇਹ ਵਾਲੇ ਜਿਹੜੇ ਸਟੂਡੈਂਟ ਹੈ ਜੀ ਕਹਿੰਦੇ ਹੈਵ ਟੂ ਵਰਕ, ਇਹਨਾਂ ਨੂੰ ਕੰਮ ਕਰਨਾ ਪੈਂਦਾ ਵਾ, ਮਜਬੂਰੀ ਸ਼ੋ ਕੀਤੀ ਹੈ ਜੀ। ਰਾਈਟਰ ਦੀ ਲੈਂਗੁਏਜ ਦੇਖੋਗੇ, ਹੈਵ ਟੂ, ਹੈਵ ਟੂ ਜਾਂ ਤਾਂ ਕੰਪਲਸ਼ਨ ਦੇ ਲਈ ਜੀ, ਜਾਂ ਤਾਂ ਕੰਪਲਸਰੀ ਹੋ ਸਕਦੀ ਕੋਈ ਚੀਜ਼, ਜਾਂ ਫਿਰ ਫੋਰਸਫੁਲੀ ਜੇ ਕੋਈ ਕੰਮ ਕਰ ਰਿਹਾ, ਇੱਥੇ ਦੋਨੇ ਚੀਜ਼ਾਂ ਹੀ ਆ ਜੀ, ਉਹਨਾਂ ਨੂੰ ਕਰਨਾ ਹੀ ਪੈਂਦਾ ਵਾ। ਹੈਵ ਟੂ ਵਰਕ, ਟੂ ਪੇ, ਬਹੁਤ ਵਧੀਆ ਵਰਡ ਯੂਜ਼ ਕੀਤਾ, ਪੇ ਯੂਨੀਵਰਸਿਟੀ ਐਂਡ ਕਾਲਜ ਫੀਸ। ਅੱਗੇ ਚੱਲਦੇ ਜੀ, ਪਹਿਲਾ ਰੀਜ਼ਨ ਇਹਨਾਂ ਦਾ ਹੋ ਗਿਆ ਜੀ। ਦੂਸਰਾ ਕੀ ਦਾ ਅਦਰ ਕਾਜ਼, ਇੱਕ ਜਿਹੜਾ ਹੋਰ ਕਾਜ਼ ਆ ਜੀ, ਅਨਦਰ ਲਿਖਦੇ ਤਾਂ ਬਾਲਾ ਵਧੀਆ ਗੱਲ ਸੀ, ਕਿਉਂਕਿ ਇਹ ਇੱਕ ਵੈਸੇ ਗ੍ਰਾਮਰ ਦਾ ਨਿੱਕਾ ਜਿਹਾ ਰੂਲ ਆ, ਬਟ ਇਹਨੂੰ ਖੁਦ ਕਦੇ ਕਦੇ ਬ੍ਰੇਕ ਕੀਤਾ ਜਾਂਦਾ, ਜ਼ਿਆਦਾ ਆਪਾਂ ਇਹਨੂੰ ਸਲਿਪੀ ਮਿਸਟੇਕ ਕਵਾਂਗੇ ਜਾਂ ਫਿਰ ਮਿਸਟੇਕ ਕਵਾਂਗੇ ਨਹੀਂ। ਅਨਦਰ ਤੋਂ ਬਾਅਦ ਚੋਂ ਸਿੰਗੂਲਰ ਚੀਜ਼ ਲੱਗਦੀ ਹੁੰਦੀ ਹੈ ਜੀ, ਅਦਰ ਤੋਂ ਬਾਅਦ ਚੋਂ ਪਲੂਰਲ ਚੀਜ਼ ਲੱਗਦੀ ਹੁੰਦੀ ਹੈ। ਤੁਸੀਂ ਅਨਦਰ ਕੰਟਰੀ ਕਹੋਗੇ ਨਾ ਕਿ ਕੰਟਰੀਜ਼, ਅਨਦਰ ਲੈਂਗੁਏਜ ਕਹੋਗੇ ਨਾ ਕਿ ਲੈਂਗੁਏजेस। ਜੇ ਪਲੂਰਲ ਕਹਿਣਾ ਵਾ ਤਾਂ ਮੂਰੇ ਅਦਰ ਰੱਖਣਾ ਪੈਣਾ ਸੀ, ਕਿਉਂਕਿ ਇਹ ਬਾਅਦ ਚੋਂ ਕੌਜ਼ ਲਿਖ ਰਹੇ ਆ ਤਾਂ ਇਹਨਾਂ ਨੂੰ ਅਨਦਰ ਵੀ ਲਿਖਦੇ ਤਾਂ ਕੰਮ ਚੱਲ ਜਾਣਾ ਸੀ। ਅਨਦਰ ਕੌਜ਼, ਦੂਜਾ ਕੌਜ਼ ਕਿਹੜਾ ਜੀ, ਲਿਵਿੰਗ ਸਿੰਪਲ। ਦੇਖੋ ਇੱਥੇ ਬਿਨਾਂ ਕੰਮ ਤੋਂ ਹਰ ਇੱਕ ਸੈਂਟੈਂਸ ਦੇ ਵਿੱਚ ਹੈਡਿਕ ਨਹੀਂ ਲਈ ਜਾਂਦੀ ਹੁੰਦੀ ਜੀ, ਤਾਂ ਕਰਕੇ ਪਹਿਲਾਂ ਸਿਰਫ ਦੱਸਿਆ ਵਾ ਜੀ ਕਿ ਦੂਸਰਾ ਕਾਰਨ ਕਿਹੜਾ ਵਾ। ਕੰਪਲੈਕਸਿਟੀ ਆ ਪਈ ਹੈ ਜੀ ਤੁਹਾਡੇ ਸਾਹਮਣੇ, ਉੱਪਰ ਕੰਪਲੈਕਸ ਯੂਜ਼ ਕੀਤਾ ਸੀ, ਨੀਚੇ ਕੰਪਾਊਂਡ। ਤੇ ਐਗਜ਼ਾਮੀਨਰ ਨੂੰ ਯਕੀਨ ਦਿਵਾਉਣਾ ਹੀ ਬਹੁਤ ਵੱਡੀ ਚੀਜ਼ ਹੁੰਦੀ ਹੈ ਕਿ ਮੈਂ ਕੰਪਲੈਕਸ ਤੇ ਕੰਪਾਊਂਡ ਲਿਖ ਰਿਹਾ ਵਾਂ, ਗ੍ਰਾਮੈਟਿਕਲੀ ਸਹੀ ਲਿਖ ਰਿਹਾ, ਕੰਟਰੋਲ ਕਰ ਰਿਹਾ ਵਾਂ, ਪੰਕਚੁਏਸ਼ਨ ਸਹੀ ਕਰ ਰਿਹਾ, ਨਾ ਕਿ ਇਹ ਕਿ ਇੱਕ ਸੈਂਟੈਂਸ ਨੂੰ ਗਾਂ ਦੀ ਗਾਂ ਖਿੱਚ ਕੇ ਬੇਵਜ੍ਹਾ ਨੂੰ ਅਨਕੰਟਰੋਲਡ ਬਣਾ ਦੇਣਾ। ਉਹ ਚੀਜ਼ 5.5 ਬੈਂਡ ਤੇ ਖਿੱਚ ਲਿਆਉਂਦੀ ਹੈ ਜੀ। ਤਾਂ ਜੇ ਤੁਸੀਂ ਵਧੀਆ ਰਾਈਟਰਸ ਦੇ ਐਸੇ ਪੜ੍ਹੋ
ਤਾਂ ਤੁਹਾਨੂੰ ਪਤਾ ਲੱਗੂਗਾ ਵੀ ਜੇ ਸਿੰਪਲ ਆ ਤਾਂ ਸਮਝ ਲਓ ਫਿਰ ਸਿੰਪਲ ਹੀ ਆ, ਜਿੱਥੇ ਕੰਪਲੈਕਸਿਟੀ ਆ ਉੱਥੇ ਸਿਰਫ ਕੰਪਲੈਕਸਿਟੀ ਹੈ ਜੀ। ਕਹਿੰਦੇ ਜੀ ਮੈਨੀ ਸਟੂਡੈਂਟਸ ਸਟੱਡੀ ਅਵੇ ਫਰੋਮ ਹੋਮ ਟਾਊਨ। ਅੱਛਾ, ਪਹਿਲਾ ਖਰਚਾ ਕਿਹੜਾ ਸੀਗਾ ਜੀ? ਪਹਿਲੀ ਗੱਲ ਇਹਨੇ ਐਗਜ਼ਾਮੀਨਰ ਨੂੰ ਕਿਹਾ ਹੀ ਏਦਾਂ ਜੀ, ਕਹਿੰਦਾ ਜੀ ਜੌਬ ਕੀਤੀ ਹੋਈ ਖਰਚਿਆਂ ਕਰਕੇ ਜਾਂਦੀ ਆ, ਖਰਚੇ ਵਾਲੇ ਆ। ਇਹਨੇ ਕੋਈ ਹੋਰ ਰੀਜ਼ਨ ਨਹੀਂ ਚੱਕਿਆ ਜੀ, ਥੋੜਾ ਸਮਾਰਟ ਨਿਕਲੇ, ਹੋਰ ਕੋਈ ਰੀਜ਼ਨ ਨਹੀਂ ਚੱਕਿਆ, ਕਹਿੰਦਾ ਜੀ ਖਰਚੇ ਹੀ ਹੁੰਦੇ ਆ। ਖਰਚੇ ਕਹਿੰਦਾ ਮੈਂ ਦੱਸ ਦਿੰਦਾ ਜੀ, ਪਹਿਲਾ ਖਰਚਾ ਆ ਰਿਹਾ ਹਾਈ ਕਾਸਟ ਆਫ ਐਜੂਕੇਸ਼ਨ। ਦੂਜਾ ਖਰਚਾ ਕਿਹੜਾ? ਰਹਿਣ ਸਹਿਣ ਦਾ ਖਰਚਾ ਜੀ। ਕਹਿੰਦਾ ਜੀ ਕੁਝ ਸਟੂਡੈਂਟ ਆ ਜਿਹੜੇ ਹੋਮ ਟਾਊਨ ਤੋਂ ਦੂਰ ਰਹਿੰਦੇ ਆ ਐਂਡ ਹੈਵ ਟੂ ਪੇ ਫॉर ਅਕੋਮੋਡੇਸ਼ਨ ਲਈ ਉਹਨਾਂ ਨੂੰ ਪੇ ਕਰਨਾ ਪੈਂਦਾ ਜੀ, ਫੂਡ ਲਈ ਕਰਨਾ ਪੈਂਦਾ ਜੀ, ਫਿਰ ਇੰਟਰਟੇਨਮੈਂਟ, ਹੋਰ ਵੀ ਚੀਜ਼ਾਂ ਜੀ ਕਹਿੰਦਾ ਬਹੁਤ। ਤੇ ਗਾਂ ਜਾ ਕੇ ਆਈ ਫੇਰ ਲਾਇਆ, ਇਹਦੇ ਨਾਲ ਕਿਤੇ ਨਾ ਕਿਤੇ ਰੈਪੀਟੀਸ਼ਨ ਹੁੰਦੀ ਹੈ ਜੀ। ਮੈਂ ਤੁਹਾਨੂੰ ਪਹਿਲਾਂ ਕਹਿੰਦਾ ਸੀ ਹਰ ਇੱਕ ਐਸੇ ਦਾ ਆਪਦਾ ਨੈਗੇਟਿਵ ਪੁਆਇੰਟ ਹੁੰਦਾ, ਤਾਂ ਆਹ ਸੇਮ ਸਟਰਕਚਰ ਲਾਉਣ ਦੇ ਨਾਲੋਂ ਇਸ ਵਿੱਚ ਵੇਰੀਏਸ਼ਨ ਲਿਆਂਦੀ ਜਾ ਸਕਦੀ ਸੀ, ਜਾਂ ਸਿੰਸ ਤੋਂ ਸਟਾਰਟ ਹੋ ਸਕਦਾ ਸੀ, ਠੀਕ ਹੈ ਜੀ, ਤੇ ਜਾਂ ਫਿਰ ਇਹਨੂੰ ਮਿਡਲ ਚ ਲਿਖਿਆ ਜਾ ਸਕਦਾ ਸੀ, ਜਾਂ ਫਿਰ ਬਿਹਤਰ ਹੈ ਕਿ ਇਹਦੀ ਜਗ੍ਹਾ ਤੇ ਥੌਟ ਹੀ ਹੋਰ ਤਰੀਕੇ ਨਾਲ ਸੋਚੀ ਜਾਂਦੀ ਜੀ, ਕਿਉਂਕਿ ਥੌਟ ਜਿਵੇਂ ਸੋਚਦੇ ਆ ਉਹ ਡਿਟੋ ਉਦਾਂ ਹੀ ਸਟਰਕਚਰ ਦਾ ਰੂਪ ਧਾਰਨ ਕਰ ਲੈਂਦੀ ਹੈ ਜੀ। ਜੇ ਸਟਰਕਚਰ ਨੂੰ ਪਹਿਲਾਂ ਹੋਰ ਤਰੀਕੇ ਨਾਲ ਸੋਚਿਆ ਗਿਆ ਹੁੰਦਾ, ਇਹ ਚੀਜ਼ ਨੂੰ ਕੰਡੀਸ਼ਨਲ ਸੈਂਟੈਂਸ ਦੇ ਵਿੱਚ ਕਨਵਰਟ ਕਰਕੇ ਕਿਸ ਨਾ ਕਿਸ ਹਿਸਾਬ ਨਾਲ ਥੌਟ ਹੋਰ ਸੋਚੀ ਜਾ ਸਕਦੀ ਸੀਗੀ। ਮੈਂ ਤੁਹਾਨੂੰ ਇੱਕ ਦਿਨ ਉਹਦੇ ਪਹਿਲਾਂ ਕਿਹਾ ਸੀਗਾ ਕਿ ਜਿਹੜੇ ਤੁਸੀਂ ਕਹਿੰਦੇ ਹੋ ਕਿ ਕੰਪਲੈਕਸ ਸੈਂਟੈਂਸ, ਕੰਪਾਊਂਡ, ਇਹ ਚੀਜ਼ਾਂ ਪਹਿਲਾਂ ਤੁਹਾਡੇ ਬ੍ਰੇਨ ਦੇ ਵਿੱਚ ਪੰਜਾਬੀ ਦੇ ਵਿੱਚ ਜਿਵੇਂ ਆਉਂਦੀਆਂ ਵਾ, ਡਿਟੋ ਹੀ ਇਹ ਉੱਥੇ ਬਾਅਦ ਚੋਂ ਹੋ ਜਾਂਦੀਆਂ ਜੀ ਤੁਹਾਡੇ ਪੇਜ ਤੇ। ਕਹਿੰਦੇ ਜੀ ਕਿਉਂਕਿ ਇਹ ਕਹਿੰਦੇ ਅਕਸਰ ਹਾਰਡ ਹੁੰਦਾ, ਇਟ ਇਜ਼ ਆਫਨ ਹਾਰਡ ਟੂ ਕਵਰ these expenses। ਫਿਰ ਐਗਜ਼ਾਮੀਨਰ ਨੂੰ ਬੈਕ ਲੈ ਕੇ ਜਾਈ ਜਾਂਦਾ ਜੀ, ਐਗਜ਼ਾਮੀਨਰ ਨੂੰ ਵਾਰ-ਵਾਰ ਪਿੱਛੇ ਝਾਕਣ ਲਈ ਕਹਿ ਰਿਹਾ ਜੀ these। ਜੇ ਆਪਾਂ ਕਹੀਏ ਕਿ these ਦਾ ਮਤਲਬ ਅਕੋਮੋਡੇਸ਼ਨ, ਫੂਡ, ਇੰਟਰਟੇਨਮੈਂਟ, ਇਹ ਚੀਜ਼ਾਂ ਸੁਪਰ ਤਰੀਕੇ ਨਾਲ ਕੰਮ ਕਰਦੀਆਂ। ਇਹ ਐਕਸਪੈਂਸਸ ਨੂੰ ਕਵਰ ਕਰਨ ਦੇ ਲਈ ਵਰਡ ਬਹੁਤ ਵਧੀਆ ਯੂਜ਼ ਕੀਤਾ ਜੀ, ਕਵਰ। ਸਟੂਡੈਂਟਸ ਆਰ ਫੋਰਸਡ, ਦੂਜੀ ਵਾਰੀ ਹੈਵ ਟੂ ਨਹੀਂ ਲਾਇਆ ਜੀ ਇਹਨੇ, ਹੈਵ ਟੂ ਨੂੰ ਵੀ ਚੇਂਜ ਕਰਤਾ, ਆਰ ਫੋਰਸਡ। ਕਾਹਦੇ ਹੱਥ ਫੋਰਸ ਕੀਤੇ ਜਾਂਦੇ? ਪੈਸਾ ਕਮਾਉਣ ਦੇ ਲਈ, ਤਾਂ ਕਿ ਉਹ ਆਪਣੀ ਲਿਵਿੰਗ ਨੂੰ ਅਫੋਰਡ ਕਰ ਸਕਣ। ਹੁਣ ਕਿਹੜਾ ਵਰਡ ਯੂਜ਼ ਕੀਤਾ ਜੀ? ਹੁਣ ਵਰਡ ਯੂਜ਼ ਕੀਤਾ ਅਫੋਰਡ। ਤੁਸੀਂ ਅਗਲੀ ਲਾਈਨ ਦੇ ਵਿੱਚ, ਅਗਲੀ ਦੇ ਵਿੱਚ ਜਾਂ ਅਗਲੀ ਦੇ ਵਿੱਚ ਉਹੀ ਵਰਡ ਨੂੰ ਕਿੰਨੇ ਤਰੀਕਿਆਂ ਨਾਲ ਬਦਲ ਕੇ ਵਧੀਆ ਤਰੀਕੇ ਨਾਲ ਲਿਖ ਸਕਦੇ ਹੋ। ਤਾਂ ਪਹਿਲੇ ਤੇ ਇਹਨੇ ਲਾਇਆ ਜੀ ਪੇ, ਬਾਅਦ ਚੋਂ ਇਹਨੇ ਲਾਇਆ ਜੀ ਕਵਰ, ਬਾਅਦ ਚੋਂ ਲਾਇਆ ਜੀ ਅਫੋਰਡ। ਤਿੰਨੇ ਲੈਕਸੀਕਲੀ ਵੀ ਸਹੀ ਹੈ ਜੀ ਪੂਰੇ। ਆਈ ਥਿੰਕ, ਮੈਨੂੰ ਲੱਗਦਾ ਕਿ ਜੀ ਜਿਹੜੀਆਂ the problem of student working during the study results in lower quality of education, ਠੀਕ ਹੈ ਜੀ। ਤਾਂ ਹੁਣ ਇੱਥੇ ਸਭ ਤੋਂ ਵੱਡੀ ਗੱਲ ਇਹ ਆਉਂਦੀ ਆ ਕਿ ਇਹ ਹੁਣ ਨੀਚੇ ਕੋਰੈਂਸ ਤੋਂ ਬਾਹਰ ਨਿਕਲਦਾ ਜਾ ਰਿਹਾ ਵਾ ਜਾਂ ਕੁਝ ਹੋਰ ਚੱਕਰ ਪਾ ਰਿਹਾ ਜੀ। ਇੱਥੇ ਧਿਆਨ ਨਾਲ ਦੇਖਿਓ। ਅੱਛਾ, ਇੱਥੋਂ ਤੱਕ ਫਿਨਿਸ਼ ਹੋ ਗਿਆ ਜੀ, ਆ ਤੁਹਾਡਾ ਬੀਪੀ ਖਤਮ ਹੋ ਗਿਆ। ਹੁਣ ਵਿੱਚ ਕੀ ਕਹਿ ਰਿਹਾ? ਆਈ ਥਿੰਕ, ਮੈਨੂੰ ਲੱਗਦਾ that the problem of students, ਸਟੂਡੈਂਟ ਕਿਹੜੇ? working during their studies, ਜਿਹੜੀ ਪ੍ਰੋਬਲਮ ਆ ਜੀ ਸਟੂਡੈਂਟ ਦੀ ਕੰਮ ਕਰਨ ਦੀ, ਰਿਜ਼ਲਟਸ ਇਨ, ਇਹਦਾ ਨਤੀਜਾ ਨਿਕਲਦਾ ਵਾ ਲੋਅਰ ਕੁਆਲਿਟੀ ਆਫ ਐਜੂਕੇਸ਼ਨ, ਤੇ ਇਹਦਾ ਕੋਈ ਫਾਇਦਾ ਵੀ ਨਹੀਂ ਹੁੰਦਾ। ਹੁਣ ਚੱਕਰ ਇੱਥੇ ਇਹ ਪਿਆ ਵੀ ਇਹ ਰੀਜ਼ਨ ਦੱਸਦਾ ਇੱਕੋ ਦਮ ਟਰੈਕ ਤੋਂ ਹੋਰ ਪਾਸੇ ਕਾਹਤੋਂ ਜਾ ਵੜਿਆ। ਤਾਂ ਇੱਥੇ ਇੱਕ ਬਹੁਤ ਵਧੀਆ ਚੀਜ਼ ਰਿਵੀਲ ਹੁੰਦੀ ਹੈ ਜੀ ਟਾਸਕ ਦੀ, ਰਾਈਟਿੰਗ ਦੇ ਬਾਰੇ ਪਤਾ ਲੱਗਦਾ। ਉਹਨਾਂ ਨੇ ਡਿਸਕ੍ਰਿਪਟਰ ਦੇ ਵਿੱਚ ਕਿਹਾ ਜੀ, ਟਾਸਕ ਰਿਸਪੌਂਸ ਦੇ ਬਾਕਸ ਦੇ ਵਿੱਚ ਇੱਕ ਚੀਜ਼ ਲਿਖੀ ਆ ਉਹਨਾਂ ਨੇ ਡਿਸਕ੍ਰਿਪਟਰ ਦੇ, ਕਹਿੰਦੇ ਜੀ ਸਾਡੀ ਸਟੇਟਮੈਂਟ ਦੇ ਵਿੱਚ ਜੋ ਅਸੀਂ ਮੈਂਸ਼ਨ ਕੀਤਾ ਵਾ, ਜੇ ਮੈਂ ਤੁਹਾਨੂੰ ਸਟੇਟਮੈਂਟ ਤੇ ਲੈ ਕੇ ਜਾਵਾਂ ਵਾਪਸ, ਤਾਂ ਮੈਂ ਤੁਹਾਨੂੰ ਕਹਿ ਦਵਾਂ ਕਿ ਜਿਹੜਾ ਸਟੇਟਮੈਂਟ ਤਾਂ ਕੱਲੀ ਸੀ ਫਸਟ ਲਾਈਨ ਜੀ, ਆਹ ਤਾਂ ਕੁਝ ਲਿਖਣ ਦਾ ਉਹਨਾਂ ਦਾ ਹੱਕ ਹੀ ਨਹੀਂ ਬਣਦਾ ਸੀਗਾ ਜੀ, ਇਹਦਾ ਤਾਂ ਜ਼ਿਕਰ ਹੀ ਨਹੀਂ ਹੋਣਾ ਜੀ ਐਸੇ ਦੇ ਵਿੱਚ। ਸਟੇਟਮੈਂਟ ਤਾਂ ਕੱਲੀ ਆ ਵਾ, ਇਹਦੇ ਰੀਜ਼ਨ ਪੁੱਛੇ ਆ, ਇਹਦੇ ਸੋਲੂਸ਼ਨ ਪੁੱਛੇ ਆ। ਹੁਣ ਜਦੋਂ ਤੁਹਾਨੂੰ ਨਾਲ ਉਹਨਾਂ ਨੇ ਆਹ ਚੀਜ਼ਾਂ ਦਿੱਤੀਆਂ ਵਾ ਜੀ, ਤਾਂ ਉਹ ਉੱਥੇ ਲਿਖ ਵੀ ਦਿੰਦੇ ਆ, ਕਹਿੰਦੇ ਜੀ ਸਾਡੀ ਸਟੇਟਮੈਂਟ ਦੇ ਵਿੱਚ ਜਿਹੜੀਆਂ ਚੀਜ਼ਾਂ ਸਟੇਟਮੈਂਟ ਕਵਰ ਕਰਦੀ ਆ, ਉਹ ਸੇਮ ਚੀਜ਼ਾਂ ਤੁਹਾਡੇ ਐਸੇ ਦੇ ਵਿੱਚ ਜੇ ਤੁਸੀਂ ਕਵਰ ਕਰਤੀਆਂ
ਉਹਨਾਂ ਤੇ ਗੌਰ ਦੇਤੀ, ਕਨੈਕਟੀਵਿਟੀ ਬਣਾਤੀ, ਤਾਂ ਤੁਹਾਡੇ ਟਾਸਕ ਰਿਸਪੌਂਸ 7 ਤੱਕ ਦਾ ਪਹੁੰਚ ਸਕਦਾ ਜੀ। ਇਹ ਰਾਈਟਰ ਸੋਚੀ ਜਾਂਦਾ ਕਿ ਮੈਂ ਪ੍ਰੋਬਲਮ ਲਿਖਤੀਆਂ, ਬਟ ਪ੍ਰੋਬਲਮ ਲਿਖਣ ਤੋਂ ਬਾਅਦ ਚੋਂ ਆਹ ਚੀਜ਼ਾਂ ਮੈਂ ਹੁਣ, ਇਹ ਤਾਂ ਮੈਨੂੰ ਕਿਸੇ ਕੰਮ ਦੀਆਂ ਹੀ ਨਹੀਂ ਮੇਰੇ ਐਸੇ 'ਚ। ਇਹ ਐਕਚੁਅਲ ਦੇ ਵਿੱਚ ਜਦੋਂ ਇਹਦੀਆਂ ਪ੍ਰੋਬਲਮਸ ਪਹਿਲੇ ਬੀਪੀ 'ਚ ਪੂਰੀਆਂ ਹੋ ਗਈਆਂ, ਹੁਣ ਇਹ ਇੱਦਾਂ ਕਹਿ ਰਿਹਾ ਲਾਸਟ ਲਾਈਨ ਦੇ ਵਿੱਚ ਕਿ ਇਹ ਵਾਲੇ ਜਿਹੜੇ ਰੀਜ਼ਨਸ ਆ, ਆਹ ਵਾਲੇ ਜਿਹੜੇ ਰੀਜ਼ਨ ਆ ਜਿਹੜੇ ਨੇ 2 ਲਿਖੇ ਆ, ਇਹ ਰੀਜ਼ਨ ਹੀ ਕਹਿੰਦਾ ਆਹ ਵਾਲੀਆਂ ਪ੍ਰੋਬਲਮਸ ਨੂੰ ਕ੍ਰੀਏਟ ਕਰ ਦਿੰਦੇ ਆ। ਇਹਨਾਂ ਦਾ ਜਾਣ ਬੁੱਝ ਕੇ ਆਪਦੇ ਟਾਸਕ ਵਿੱਚ ਜ਼ਿਕਰ ਕਰ ਰਿਹਾ ਵਾ। ਯੈਸ ਔਰ ਨੋ, ਕਿੰਨੇ ਸਟੂਡੈਂਟਾਂ ਨੂੰ ਇਹ ਚੀਜ਼ ਪਤਾ ਲੱਗ ਗਈ ਕਿ ਕਿਵੇਂ ਕਵਰ ਕਰੀਦਾ ਹੁੰਦਾ ਵਾ ਸਟੇਟਮੈਂਟ ਦੇ ਵਿੱਚ ਵਾਲੀਆਂ ਚੀਜ਼ਾਂ ਨੂੰ ਐਸੇ ਦੇ ਵਿੱਚ? ਯੈਸ ਔਰ ਨੋ ਜੀ, ਤੁਸੀਂ ਕ੍ਰੀਏਟੀਵਿਟੀ ਦੇਖ ਰਹੇ ਹੋ ਜੀ? ਯੈਸ ਸਰ। ਤੁਹਾਡੇ ਵਿੱਚ ਸਟੂਡੈਂਟ ਜ਼ਿਆਦਾਤਰ ਨੇ ਲਾਸਟ ਲਾਈਨ ਦੱਸਿਆ ਕੀ ਲਿਖਣਾ ਸੀਗਾ, ਰਿਜ਼ਲਟ ਕੱਢ ਦੇਣਾ ਸੀ ਬਈ ਇਹ ਉਹ ਰੀਜਨ ਆ ਜਿਹਦੇ ਕਰਕੇ ਉਹ ਹੁੰਦੇ ਆ, ਤੇ BP2 ਚ ਲਿਖ ਦੇਣੇ ਸੀਗੇ ਸੋਲੂਸ਼ਨ। ਤੇ ਮੈਂ ਤੁਹਾਡੇ ਤੋਂ ਪੁੱਛਦਾ ਆਹ ਵਾਲੀਆਂ ਚੀਜ਼ਾਂ ਕਿੱਧਰ ਗਈਆਂ ਜੀ? ਆਹ ਚੀਜ਼ਾਂ ਕਾਹਤੋਂ ਲਿਖੀਆਂ ਉਹਨਾਂ ਨੇ ਸਟੇਟਮੈਂਟ? ਤੁਸੀਂ ਇਹਨਾਂ ਨੂੰ ਪੈਰਾਫਰੇਜ਼ ਕਰਕੇ ਕਨੈਕਟ ਕਰਨਾ ਕਿਸੇ ਨਾ ਕਿਸੇ ਹਿਸਾਬ ਨਾਲ। ਯੈਸ ਔਰ ਨੋ ਜੀ? ਯੈਸ ਠੀਕ ਹੈ ਜੀ। ਤਾਂ ਇਹਦੇ ਨਾਲ ਰਾਈਟਿੰਗ ਆ ਜੋ ਉਹ 7 ਨੂੰ ਹਿੱਟ ਕਰਦੀ ਹੈ, ਕਿਉਂਕਿ ਇਹ ਚੀਜ਼ ਛੇਤੀ ਨਹੀਂ ਦਿਖਦੀ ਕਿਸੇ ਨੂੰ ਜੀ। ਸਾਰੇ ਸਟੂਡੈਂਟ ਨੇ ਇਹਨੂੰ ਲਿਖਣ ਦੇ ਵਿੱਚ ਮਗਨ ਹੋ ਗਏ, ਤਾਂ ਧਿਆਨ ਕੀਤੇ ਆ, ਧਿਆਨ ਆ ਰੀਜ਼ਨਸ ਤੇ, ਧਿਆਨ ਬਾਅਦ ਚੋਂ ਸ਼ਿਫਟ ਕੀਤੇ ਹੋਇਆ ਸੋਲੂਸ਼ਨ ਤੇ। ਉਦੋਂ ਬਾਅਦ ਚੋਂ ਕਿਸੇ ਨੂੰ ਆ ਪਤਾ ਨਹੀਂ ਲੱਗਣਾ ਕਿ ਆਹ ਲਾਈਨਾਂ ਐਗਜ਼ਾਮੀਨਰ ਨੇ ਸਟੇਟਮੈਂਟ 'ਚ ਕਿਉਂ ਪਾਈਆਂ। ਸਿੱਧਾ ਸਿੱਧਾ ਜੇ ਮੈਂ ਵੀ ਤੁਹਾਨੂੰ ਦੱਸਾਂ ਤਾਂ ਇਹਨਾਂ ਦਾ ਕੋਈ ਖਾਸ ਮੀਨਿੰਗ ਨਹੀਂ ਸੀਗਾ, ਸਟੇਟਮੈਂਟ ਤਾਂ ਇੱਕ ਸਿੰਗਲ ਲਾਈਨ ਦੀ ਹੈ ਜੀ। ਤਾਂ ਇਹਨੇ ਥੋੜਾ ਜਿਹਾ ਦਿਮਾਗ ਤੋਂ ਕੰਮ ਲਿਆ, ਇਹਨੇ ਸਾਰੇ ਰੀਜ਼ਨ ਲਿਖ ਕੇ ਬਾਅਦ ਚੋਂ ਜਾਣ ਕੇ ਕਨੈਕਟ ਕਰਤਾ। ਕਹਿੰਦਾ ਜੀ ਇਹ ਵਾਲੇ ਜਿਹੜੇ ਕਾਰਨ ਆ ਬਈ ਆਪਣੇ ਖਰਚੇ ਪੂਰੇ ਕਰਨੇ, ਉਹਦੇ ਲਈ ਕੰਮ ਕਰਨਾ ਤੇ ਯੂਨੀਵਰਸਿਟੀ ਫੀਸ ਭਰਨੀ, ਕਹਿੰਦਾ ਉਹ ਕਾਰਨ ਹੀ ਬਾਅਦ ਚੋਂ ਆਪਣੇ ਲਈ ਕੀ ਬਣ ਜਾਂਦੇ ਆ, ਸਟੱਡੀ ਦੇ ਵਿੱਚ ਟਾਈਮ ਵੀ ਘਟਾ ਦਿੰਦੇ ਆ, ਤੇ ਤੁਸੀਂ ਲਿਖ ਸਕਦੇ ਸੀ ਜੀ ਬਰਡਨ ਵੀ ਕ੍ਰੀਏਟ ਕਰ ਸਕਦੇ ਆ ਜੀ। ਓਕੇ, ਤਾਂ ਇਹ ਚੀਜ਼ ਇੱਕ ਬੜੀ ਨਾਈਸ ਸੀਗੀ ਇਹ ਟਾਸਕ ਦੀ, ਜੋ ਕਿ ਵੈਸੇ ਨਾਰਮਲੀ ਨਹੀਂ ਪਤਾ ਲੱਗਦੀ ਜੀ। ਹਾਂਜੀ, ਅੱਗੇ ਚੱਲਦੇ ਹਾਂ ਜੀ। ਤਾਂ ਤੁਹਾਨੂੰ ਪਤਾ ਲੱਗ ਗਿਆ ਜੀ ਕਿ ਪਹਿਲੇ BP ਦੀ ਐਂਡਿੰਗ ਜਿਹੜੀ ਉਹ ਕੀਤੀ ਆ, ਉਹ ਇਹਨੇ ਉਹ ਡਾਇਰੈਕਸ਼ਨ ਤੋਂ ਨਹੀਂ ਬਾਹਰ ਗਿਆ, ਉਹ ਇਹ ਆਪਣੇ ਸਟੇਟਮੈਂਟ ਦੇ ਵਿੱਚ ਇੱਕ ਚੀਜ਼, ਇੱਕ ਪੋਰਸ਼ਨ ਰਹਿ ਗਿਆ ਸੀ ਜਿਹਦੇ ਤੇ ਗੌਰ ਕਰਨਾ ਇਹਨੇ ਜ਼ਰੂਰੀ ਸਮਝਿਆ। ਬਾਅਦ ਚੋਂ ਅੱਗੇ ਚੱਲਦੇ ਹਾਂ ਜੀ। I can suggest 2 possible solutions, ਕਹਿੰਦਾ ਜੀ ਮੈਂ 2 possible solution। ਦੇਖੋ ਜੀ ਇਹ ਚੀਜ਼ ਤੇ ਹਮੇਸ਼ਾ ਡਿਬੇਟ ਹੁੰਦੀ ਆ, ਜਿਹਨੂੰ ਮੈਂ ਕਹਿੰਦਾ ਹੁੰਦਾ ਕਿ ਜਿੰਨੇ ਮੂੰਹ ਓਨੀਆਂ ਗੱਲਾਂ। ਤੁਹਾਡੇ ਵਿੱਚੋਂ ਜ਼ਿਆਦਾਤਰ ਕਹਿਣਗੇ ਕਿ ਸਰ ਇਹਦੇ ਵਿੱਚ ਐਂ ਲਿਖ ਸਕਦੇ ਜੀ I can suggest। ਮੈਂ ਤੁਹਾਨੂੰ ਕਹਿ ਰਿਹਾ ਜੀ ਤੁਸੀਂ ਕਿਤੇ ਲਾਈਨਾਂ ਕਾਹਤੋਂ ਚੱਕ ਰਹੇ ਹੋ? ਆਪਾਂ ਜੇ ਐਸੇ ਨੂੰ ਸਟੱਡੀ ਕਰ ਰਹੇ ਹਾਂ ਤਾਂ ਸਿਰਫ ਇਹ ਚੀਜ਼ ਕਰਕੇ ਕਿ ਇਹ ਕਿੰਨੇ ਕੋਰੈਂਸ ਨੂੰ ਕਿਵੇਂ ਜੋੜ ਰਿਹਾ। ਜਿਵੇਂ these measures, these students, ਕਿਹੜੇ ਸਟੂਡੈਂਟ ਪਿਛਲੀ ਲਾਈਨ ਦੇ ਵਿੱਚ, this country ਕਿਹੜੀ ਕੰਟਰੀ ਜਿਹੜੀ ਪਿਛਲੀ ਲਾਈਨ 'ਚ ਲਿਖੀ ਹੈ, ਲਾਈਨ ਨੂੰ ਲਾਈਨ ਨਾਲ ਕਨੈਕਟ ਆ। ਦੂਜਾ ਦੇਖਿਆ ਕਿ ਲੈਕਸੀਕਲ ਕਿਵੇਂ ਬਣਾ ਰਿਹਾ, ਆਪਾਂ ਕੱਲਾ ਅਫੋਰਡੇਬਲ ਕਹਿ ਦਿੰਦੇ ਆ, ਇਹ ਕਹਿੰਦੇ ਫੁਲੀ ਅਫੋਰਡੇਬਲ, ਵਰਡ ਨੂੰ ਥੋੜਾ ਜਿਹਾ ਹੋਰ ਮੋਡੀਫਾਈ ਕਰਕੇ ਲਿਖ ਦਿੰਦਾ। ਆਪਾਂ ਦੇਖ ਰਹੇ ਹਾਂ ਵੀ ਇਹਨੇ ਸਟੇਟਮੈਂਟ ਵਿੱਚ ਲਿਖੀਆਂ ਹੋਈਆਂ ਚੀਜ਼ਾਂ ਤੇ ਗੌਰ ਕਿਵੇਂ ਪਾਈ। ਆਪਾਂ ਇੱਥੇ ਆਹ ਚੀਜ਼ ਦੇਖਣ ਲਈ ਇਕੱਠੇ ਨਹੀਂ ਹੋਏ ਕਿ ਸਰ ਮੈਂ ਆ ਬਣੀ ਤਣੀ ਲਾਈਨ ਏਦਾਂ ਲਿਖ ਦਿਆ ਕਰਾਂ ਜੀ, ਯੈਸ ਔਰ ਨੋ। ਇਹ ਸਭ ਤੋਂ ਵੱਡੀ ਇੱਕ ਵੀਕ ਪੁਆਇੰਟ ਆ ਬੱਚੇ ਦਾ ਕਿ ਲਾਈਨਾਂ ਨੂੰ ਟੁੱਟ ਕੇ ਪੈ ਜਾਣਾ। ਏਦਾਂ ਤਾਂ ਨਹੀਂ ਕੋਈ ਸੋਚਦਾ ਜੀ ਤੁਹਾਡੇ ਵਿੱਚੋਂ? ਏਦਾਂ ਤਾਂ ਨਹੀਂ ਕੋਈ ਸੋਚ ਰਿਹਾ ਜੀ ਲਾਈਨ ਚੱਕਣ ਦੀ? ਨਹੀਂ ਸਰ। ਠੀਕ ਹੈ ਜੀ, ਇਹ ਚੀਜ਼ ਨੂੰ ਕਦੇ ਫੋਲੋ ਨਹੀਂ ਕਰਨਾ ਜੀ, ਠੀਕ ਹੈ ਨਾ ਜੀ। ਹਾਂਜੀ ਜੀ, ਅੱਗੇ ਚੱਲਦੇ ਹਾਂ ਜੀ ਆਪਾਂ। ਤੁਸੀਂ ਇਹਨੂੰ ਵਾਇਸ ਫਾਰਮੇਸ਼ਨ ਬਣਾਓ, ਤੁਸੀਂ ਆਈ ਦਾ ਜ਼ਿਕਰ ਇੱਥੇ ਨਹੀਂ ਕਰਨਾ ਤਾਂ ਨਾ ਕਰੋ ਜੀ। ਏਦਾਂ ਵੀ ਕੋਈ ਗੱਲ ਨਹੀਂ ਜੀ, ਜੇ ਮੈਂ ਆਈ ਦਾ ਜ਼ਿਕਰ ਕਰਾਂ ਤਾਂ ਜੀ ਇੱਥੇ ਕੋਈ ਚੱਕਰ ਤਾਂ ਨਹੀਂ ਪੈਂਦਾ, ਏਦਾਂ ਦੀ ਕੋਈ ਗੱਲ ਨਹੀਂ। ਰਾਈਟਿੰਗ ਦੇ ਵਿੱਚ ਫਰੀडम ਹੁੰਦੀ ਹੈ ਜੀ। ਤੇ ਨੰਬਰ 2 ਤੇ ਆਈ ਇਹਨੇ ਲਾਇਆ ਕਿਉਂ, ਉਹਦਾ ਰੀਜ਼ਨ ਆ ਰਿਹਾ ਜੀ। ਯੈਸ ਔਰ ਨੋ ਜੀ? ਲੱਗਿਆ ਪਤਾ ਜੀ ਆਈ ਲਾਉਣ ਦਾ ਰੀਜ਼ਨ ਕੀ ਨਿਕਲਿਆ ਜੀ ਉੱਥੇ? ਸਾਰਿਆਂ ਨੂੰ ਪਤਾ ਲੱਗ ਗਿਆ ਜੀ ਆਈ ਕਿਉਂ ਲਾਇਆ? ਕਿਉਂਕਿ ਯੂ ਕੌਣ ਹੈ ਜੀ? ਯੂ ਤੁਸੀਂ ਹੋ ਜੀ, ਤੇ ਤੁਸੀਂ ਕੌਣ ਹੋ? ਤੁਸੀਂ ਹੁਣ ਆਈ ਹੋ। ਚਲੋ ਸੈਕੰਡ BP ਦੇਖਦੇ ਹਾਂ ਜੀ, ਧਿਆਨ ਨਾਲ ਦੇਖਿਓ। ਸੈਕੰਡ BP 'ਚ ਇਹਨਾਂ ਨੇ ਕਿਹਾ ਜੀ I can suggest, ਕਹਿੰਦਾ ਜੀ ਮੈਂ 2 possible solution। ਦੇਖੋ ਇਹ ਰਾਈਟਰ ਇੱਕ ਉੱਥੇ ਕੀਵਰਡ ਤੇ ਇੱਕ ਚੀਜ਼ ਤੇ ਕੰਮ ਕਰ ਰਿਹਾ, ਤਾਂ ਕਰਕੇ ਇਹਨੇ ਲਿਖਤਾ ਕਿ ਚਲੋ ਮੇਰੇ ਤੋਂ ਪੁੱਛਿਆ ਮੈਂ I ਕਹਿ ਦਿੰਦਾ ਜੀ। ਕਹਿੰਦਾ ਜੀ ਮੈਂ 2 possible solution ਦੱਸ ਸਕਦਾ ਵਾਂ।
ਪਹਿਲਾਂ ਹੀ ਪਤਾ ਲੱਗ ਗਿਆ ਕਿ ਆ ਸਾਰੇ ਬੀਪੀ ਵਿੱਚ ਦੋ ਸੋਲੂਸ਼ਨ ਹੈ ਜੀ। ਅੱਛਾ ਪਹਿਲਾਂ ਫਸਟਲੀ ਕਿਹਾ ਜੀ ਇਹਨੇ, ਫਸਟਲੀ ਤੋਂ ਬਾਅਦ ਚੋਂ ਇਹਦਾ ਕੋਈ ਇੱਥੇ ਸੈਕਿੰਡ ਦਿੱਤਾ ਪਿਆ ਹੋਊਗਾ ਜੀ। ਚਲੋ ਜਾ ਕੇ ਦੇਖਦੇ ਹਾਂ ਸੈਕਿੰਡ ਸੋਲੂਸ਼ਨ ਆ ਪਿਆ ਜੀ ਇਹਦਾ। ਚਲੋ ਜੀ ਕਹਿੰਦੇ ਜੀ ਮੈਂ ਦੋ ਪੋਸੀਬਲ ਸੋਲੂਸ਼ਨ ਦੱਸ ਸਕਦਾ ਵਾਂ। ਫਸਟਲੀ ਦਾ ਗਵਰਨਮੈਂਟ ਕੁਡ ਮੇਕ, ਕੁਡ ਦਾ ਮਤਲਬ ਪੋਸੀਬਿਲਿਟੀ ਜੀ, ਇਹ ਗਵਰਨਮੈਂਟ ਕਰ ਸਕਦੀ ਹੈ ਜੇ ਕਰਨਾ ਚਾਹਵੇ ਤਾਂ। ਪੋਸੀਬਲ ਹੈ, ਕੁਡ ਦਾ ਯੂਜ਼ ਕਰ ਰਿਹਾ, ਕੈਨ ਲਾਉਣ ਦੇ ਨਾਲੋਂ ਕੁਡ ਲਾਇਆ ਇਹਨੇ, ਕੋਈ ਜ਼ਿਆਦਾ ਫਰਕ ਨਹੀਂ ਗਾ ਜੀ, ਕੁਡ ਪੋਸੀਬਿਲਿਟੀ ਵਾਲੀ ਜਾਂਦਾ ਜੀ। ਗਵਰਨਮੈਂਟ ਹੈ ਜੀ ਕਹਿੰਦੇ ਜਿਹੜੀ, ਉਹ ਕਹਿੰਦੇ ਜੀ ਕਹਿੰਦੇ ਮੇਕ ਹਾਇਰ ਐਜੂਕੇਸ਼ਨ ਫ੍ਰੀ, ਹਾਇਰ ਐਜੂਕੇਸ਼ਨ ਨੂੰ ਕਹਿੰਦੇ ਫ੍ਰੀ ਕਰ ਦੇਵੇ ਜੀ। ਕਿਉਂ? ਕਿਉਂਕਿ ਫਿਰ ਉਹ ਕੰਮ ਕਰਨੋਂ ਹਟ ਜਾਣਗੇ। ਉਹਨਾਂ ਨੇ ਪੁੱਛਣਾ ਵੀ ਇਹਦਾ ਸੋਲੂਸ਼ਨ ਕੀ ਹੈ ਜੀ, ਬੱਚੇ ਨਾਲ ਨਾਲ ਕੰਮ ਕਰੀ ਜਾਂਦੇ ਆ, ਇਹ ਤੇ ਇਹਦੇ ਹੁਣ ਸੋਲੂਸ਼ਨ ਕੀ ਹੋ ਸਕਦੇ ਆ ਜੀ। ਇਹ ਕਹਿੰਦਾ ਜੀ ਐਜੂਕੇਸ਼ਨ ਜਿਹੜੀ ਹਾਇਰ ਆ ਉਹਨੂੰ ਫ੍ਰੀ ਕਰ ਦਿਓ। ਫੋਰ ਐਗਜ਼ਾਮਪਲ ਇੱਥੋਂ ਸਭ ਤੋਂ ਵਧੀਆ ਚੀਜ਼ ਜੀ ਐਸੇ ਕ੍ਰੀਏਟਿਵ ਕਿਉਂ ਕਹਿ ਰਹੇ ਆ, ਇਹਦੇ ਵਿੱਚ ਮਕੈਨੀਕਲ ਬੀਪੀ ਟੁੱਟਦੇ ਆ ਜੀ। ਇਹ ਜਿਹੜੀਆਂ ਆਪਣੀਆਂ ਧਾਰਨਾਵਾਂ ਕਿ ਜੀ ਪਹਿਲਾਂ ਪੁਆਇੰਟ ਲਿਖੋ, ਪੁਆਇੰਟ ਤੋਂ ਬਾਅਦ ਚੋਂ ਐਕਸਪਲੇਨ ਕਰੋ ਜੀ, ਐਕਸਪਲੇਨ ਤੋਂ ਤੀਜੇ ਨੰਬਰ ਤੇ ਐਗਜ਼ਾਮਪਲ ਲਿਖੋ, ਫਿਰ BP2 ਚ ਆ ਜਾਓ ਜੀ, ਪਹਿਲਾਂ ਜੀ ਪੁਆਇੰਟ ਲਿਖੋ, ਪੁਆਇੰਟ ਨੂੰ ਜੀ ਐਕਸਪਲੇਨ ਲਿਖੋ, ਐਕਸਪਲੇਨ ਤੋਂ ਕਰਕੇ ਐਗਜ਼ਾਮਪਲ ਲਿਖੋ। ਇਹ ਕੰਮ ਹੁੰਦਾ ਸੀਗਾ 10ਵੀਂ ਕਲਾਸ ਚ, 10ਵੀਂ ਜਾਂ 11ਵੀਂ ਚ, ਕਿ ਤੁਸੀਂ ਆਪਣਾ ਪੈਟਰਨ ਫੋਲੋ ਕਰ ਲਓ। ਇੱਕ ਯੂਨੀਵਰਸਿਟੀ ਲੈਵਲ ਦੇ ਐਸੇ ਹੁੰਦਾ ਜੀ। ਤੁਹਾਡੀ ਕੋਰੈਂਸ ਮਕੈਨੀਕਲ ਨਹੀਂ ਹੋਣੀ ਚਾਹੀਦੀ। ਤੁਹਾਡੇ ਦੋ BP ਪਏ ਆ, ਦੋ BP ਦੇ ਵਿੱਚ ਜਿੱਥੇ ਇੱਧਰ ਆ ਉੱਥੇ ਇੱਧਰ ਆ, ਜਿੱਥੇ ਇੱਧਰ ਆ ਉੱਥੇ ਇੱਧਰ ਆ, ਤੇ ਇਹ ਦੇਖਣ ਤੋਂ ਇੱਕ ਹੀ ਚੀਜ਼ ਲੱਗ ਰਹੀ ਆ ਕਿ ਬੱਚੇ ਨੇ ਡਿਜ਼ਾਈਨਿੰਗ ਪਹਿਲਾਂ ਹੀ ਆਪਣੇ ਮਾਈਂਡ 'ਚ ਫਿੱਟ ਕੀਤੀ ਹੋਈ ਹੈ ਜੀ। ਤਾਂ ਮਕੈਨੀਕਲ BP ਤੋੜੋ। ਮਕੈਨੀਕਲ ਦਾ ਮਤਲਬ ਪੁਆਇੰਟ ਦੇ ਕੇ ਨਾਲ ਦੀ ਨਾਲ ਐਗਜ਼ਾਮਪਲ ਦੱਸਦੀ ਜੀ। ਦੇਖਦੇ ਕੀ ਐਗਜ਼ਾਮਪਲ ਕੀ ਹੈ ਜੀ। ਫੋਰ ਐਗਜ਼ਾਮਪਲ ਦਿਸ ਰਿਜ਼ਲਟ, ਇਹ ਕਾਹਦਾ ਰਿਜ਼ਲਟ ਕਹੀ ਜਾਂਦਾ, ਐਕਚੁਅਲ 'ਚ ਕਹੀ ਜਾਂਦਾ ਕਿ ਜੀ ਜਿਹੜੀ ਆਹ ਚੀਜ਼ ਪਿੱਛੇ ਗਵਰਨਮੈਂਟ ਜੇ ਇਦਾਂ ਪੋਸੀਬਲ ਹੀ ਕਰ ਦੇਵੇ ਤਾਂ ਇਹਦੇ ਨਾਲ ਦਿਸ ਰਿਜ਼ਲਟ ਕੈਨ ਬੀ ਅਚੀਵਡ। ਹਾਂਜੀ ਇੱਕ ਮਿੰਟ ਪੜ੍ਹਦੇ ਹਾਂ ਜੀ ਕੀ ਕਹਿੰਦੇ। ਦਿਸ ਰਿਜ਼ਲਟ ਕੈਨ ਬੀ ਅਚੀਵਡ ਬਾਈ, ਓਕੇ ਇਹ ਕਹਿ ਰਿਹਾ ਜੀ ਜਿਹੜੀ ਇਹ ਚੀਜ਼ ਹੈ ਨਾ, ਆਹ ਰਿਜ਼ਲਟ ਜਿਹੜਾ ਮੈਂ ਕਹਿ ਰਿਹਾ ਵੀ ਆਹ ਚੀਜ਼ ਹੋਣੀ ਚਾਹੀਦੀ ਹੈ, ਇਹ ਚੀਜ਼ ਅਚੀਵ ਕੀਤੀ ਜਾ ਸਕਦੀ ਹੈ ਕਿਵੇਂ? ਬਾਈ ਫਾਈਨੈਂਸਿੰਗ ਐਜੂਕੇਸ਼ਨਲ, ਉਹ ਕਹਿੰਦੇ ਇਸਟੈਬਲਿਸ਼ਮੈਂਟਸ ਫਰੋਮ ਦਾ ਕੰਟਰੀਜ਼ ਬਜਟ। ਆਪਣੇ ਉੱਪਰ ਵਾਲੇ ਸੋਲੂਸ਼ਨ ਨੂੰ ਦੱਸ ਰਿਹਾ ਵਾ ਵੀ ਇਹ ਚੀਜ਼ ਹੋ ਕਿਵੇਂ ਸਕਦੀ ਹੈ। ਕਹਿੰਦਾ ਜੀ ਇਹ ਚੀਜ਼ ਅਚੀਵ ਕੀਤੀ ਜਾ ਸਕਦੀ ਹੈ ਕਿਵੇਂ? ਫਾਈਨੈਂਸਿੰਗ ਐਜੂਕੇਸ਼ਨਲ ਇਸਟੈਬਲਿਸ਼ਮੈਂਟਸ ਕੀਤੀਆਂ ਜਾ ਸਕਦੀਆਂ ਕੰਟਰੀ ਦੇ ਬਜਟ ਦੇ ਵਿੱਚੋਂ। ਕਹਿਣ ਦਾ ਭਾਵ ਜੀ ਜਿਹੜੀ ਕੰਟਰੀ ਦੀ ਨੈਸ਼ਨਲ ਇਨਕਮ ਹੁੰਦੀ ਆ, ਨੈਸ਼ਨਲ ਬਜਟ ਹੁੰਦਾ ਵਾ, ਉਹਦਾ ਕੁਝ ਕੁ ਪੋਰਸ਼ਨ ਆ ਜਿਹੜਾ ਉਹ ਇਧਰਲੇ ਪਾਸੇ ਸਪੈਂਡ ਹੋਣਾ ਚਾਹੀਦਾ ਜੀ। ਅਗਲੇ ਚ ਕਹਿ ਰਿਹਾ ਜੀ not only will it ਕਿਹਨੂੰ ਕਹਿ ਰਹੇ ਹੁਣ? it ਕਹਿ ਰਿਹਾ ਵਾ ਜੀ ਆ ਜਿਹੜੀ ਪਿੱਛੇ ਗੱਲ ਕਰੀ ਜਾਂਦਾ ਜੀ, not only will make it universities and colleges accessible for everyone, ਨਾ ਕਿ ਸਿਰਫ ਇਹ ਕੱਲਾ ਇਹ ਜਿਹੜਾ ਮੈਂ ਕਹਿੰਦਾ ਪਿੱਛੇ ਰਾਸਤਾ ਦੱਸ ਕੇ ਆਇਆ ਤੁਹਾਨੂੰ ਹੁਣੀ, ਇਹ ਰਾਸਤਾ ਨਾ ਸਿਰਫ ਕੱਲਾ ਯੂਨੀਵਰਸਿਟੀ ਤੇ ਕਾਲਜਸ ਦੀ ਪਹੁੰਚ ਸਾਰਿਆਂ ਤੱਕ ਲੈ ਜਾਊਗਾ, ਬਲਕਿ ਇੱਕ ਹੋਰ ਬੈਨੀਫਿਟ ਹੋ ਜਾਣਾ ਕਹਿੰਦਾ ਇੱਥੋਂ, ਬਟ ਇਟ ਵਿਲ ਆਲਸੋ ਰਿਡਿਊਸ ਦਾ ਨੰਬਰ ਆਫ ਵਰਕਿੰਗ ਸਟੂਡੈਂਟਸ। ਇਹਦੇ ਨਾਲ ਜੌਬ ਕਰਨ ਵਾਲੇ ਬੱਚਿਆਂ ਦੀ ਗਿਣਤੀ ਵੀ ਘਟ ਜੂਗੀ। ਤੇ ਇਹੀ ਤਾਂ ਚੀਜ਼ ਆਪਾਂ ਉਹਨਾਂ ਨੇ ਸੋਲੂਸ਼ਨ ਪੁੱਛਿਆ ਸੀ ਜੀ ਕਿ ਜੀ ਬੱਚੇ ਹੁਣ ਸੋਲੂਸ਼ਨ ਕੀ ਹੋ ਸਕਦੇ ਆ। ਇਹ ਕਹਿੰਦੇ ਸੋਲੂਸ਼ਨ ਹੋ ਸਕਦੇ ਆ ਗਵਰਨਮੈਂਟ ਇਹ ਚੀਜ਼ ਦੀ ਜ਼ਿੰਮੇਵਾਰੀ ਚੱਕ ਲਵੇ, ਹਰ ਐਜੂਕੇਸ਼ਨ ਫ੍ਰੀ ਕਰ ਦੇਵੇ। ਇਹਨੇ ਦੱਸਿਆ ਕਿ ਇਹ ਸੋਲੂਸ਼ਨ ਪ੍ਰੈਕਟੀਕਲੀ ਪੋਸੀਬਲ ਕਿਵੇਂ ਹੋ ਸਕਦਾ, ਕਹਿੰਦਾ ਕੰਟਰੀ ਦੇ ਬਜਟ ਦੇ ਵਿੱਚੋਂ ਹੋ ਸਕਦਾ ਜੀ। ਫਿਰ ਇਹਨੇ ਕਿਹਾ ਕਹਿੰਦੇ ਵੀ ਇਹ ਚੀਜ਼ ਕੱਲੀ ਯੂਨੀਵਰਸਿਟੀ ਤੇ ਕਾਲਜ ਨੂੰ ਉਹਨਾਂ ਦੀ ਰੀਚ ਤੇ ਕਰੀ ਨਹੀਂ ਲੈ ਜੂਗੀ, ਬਲਕਿ ਇਹਦੇ ਨਾਲ ਨਾਲ ਬੱਚਿਆਂ ਨੇ ਕਈਆਂ ਨੇ ਕੰਮ ਕਰਨ ਦੀ ਲੋੜ ਹੀ ਨਹੀਂ ਪੈਣੀਗੀ, ਕੱਲੀ ਸਟੱਡੀ ਕਰਿਆ ਕਰਨਗੇ। ਦੂਸਰੇ ਵਿੱਚ ਵੀ ਇਹਨੇ ਕੰਪਲੈਕਸਿਟੀ ਯੂਜ਼ ਕੀਤੀ ਹੈ ਜੀ। ਦੂਸਰੇ ਵਿੱਚ ਵੀ not only but also ਆ ਕੰਪਲੈਕਸ subordinate conjunction ਆ ਜੀ, ਕੋਮੇ ਲਾ ਕੇ ਇਹਨਾਂ ਨੇ ਸਪਲਿਟ ਕਰ ਲਿਆ ਜੀ, not only but also। ਦਾ ਸੈਕੰਡ ਸੋਲੂਸ਼ਨ ਕੀ ਹੈ ਜੀ? ਸਿੰਪਲ ਸਟਰਕਚਰ ਲਿਖੀ ਹੈ ਜੀ। ਕਿਉਂ? ਕਿਉਂਕਿ 7 8 9 ਇਹ ਤਿੰਨੇ ਬੈਂਡ ਲੈਣ ਦੇ ਲਈ ਡਿਸਕ੍ਰਿਪਟਰ ਚੈੱਕ ਚੀਜ਼ ਲਿਖੀ ਆ। ਯੂਅਰ ਐਸੇ ਮਸਟ ਹੈਵ ਸਿੰਪਲ ਐਂਡ ਹਾਂਜੀ ਕੰਪਲੈਕਸ ਐਂਡ ਵੈਰਾਈਟੀ ਆਫ ਸੈਂਟੈਂਸਸ। ਸਿੰਪਲ ਵੀ ਹੋਣੇ ਚਾਹੀਦੇ ਆ ਜੀ। ਤੁਸੀਂ ਪਹਿਲੀ ਲਾਈਨ ਤੋਂ ਕੰਪਲੈਕਸਿਟੀ ਯੂਜ਼ ਕਰਨ ਲੱਗ ਜਾਓ ਐਂਡ ਤੱਕ 100% ਗਾਰੰਟੀ ਆ ਬੈਂਡ ਆਉਣਗੇ 5.5। ਕਿਉਂ? ਕਿਉਂਕਿ
ਜੋ ਪ੍ਰਾਇੋਰਟੀ ਦਿੱਤੀ ਗਈ ਹੈ ਉਹ ਮਕੈਨੀਕਲ ਹੋ ਰਹੀ ਹੈ ਜੀ। ਤੁਸੀਂ ਜ਼ਿਆਦਾ ਫੋਕਸ ਰਾਈਟਿੰਗ ਤੇ ਨਾ ਰੱਖ ਕੇ ਗ੍ਰਾਮਰ ਤੇ ਰੱਖ ਰਹੇ ਹੋ ਸਾਰਾ। ਤੁਹਾਡੀ ਸਾਰੀ ਵੇਟੇਜ ਇੱਕ ਸਿੰਗਲ ਚੀਜ਼ ਨੂੰ ਸਟਰੋਂਗ ਕਰਨ ਤੇ ਜਾ ਵੜੀ। ਕਈ ਬੱਚੇ ਇਦਾਂ ਦੇ ਹੁੰਦੇ ਆ ਜੋ ਸਿਰਫ ਗ੍ਰਾਮਰ ਤੇ ਧਿਆਨ ਦਿੰਦੇ ਰਹਿੰਦੇ ਆ। ਵੋਕੈਬ ਵੀਕ, ਟਾਸਕ ਰਿਸਪੌਂਸ ਪਤਾ ਨਹੀਂ ਲੱਗ ਰਿਹਾ, ਕੋਰੈਂਸ ਮੈਚ ਹੀ ਨਹੀਂ ਹੋਈ, ਤਾਂ ਕੱਲੀ GRN ਵੀ ਨਹੀਂ ਬੈਂਡ ਦਵਾਉਣੀ। ਤਾਂ ਇਹਨਾਂ ਨੇ ਕਿਹਾ ਜੀ ਸੈਕੰਡ ਸੋਲੂਸ਼ਨ ਕੀ ਹੈ ਜੀ, ਪ੍ਰਮੋਟ ਕਰੋ ਜੀ। ਕਹਿੰਦੇ ਕੀ ਪ੍ਰਮੋਟ ਕਰੋ? ਅਨਪੇਡ ਜੋ ਆਨਲਾਈਨ ਲਰਨਿੰਗ ਹੁੰਦੀ ਆ ਉਹਨਾਂ ਨੂੰ ਕਹਿੰਦੇ ਜੀ ਤੁਸੀਂ ਪ੍ਰਮੋਟ ਕਰੋ ਜੀ। ਕਹਿੰਦੇ ਜੀ ਸੱਚ ਫਾਰਮ ਆਫ ਡਿਸਟੈਂਸ ਐਜੂਕੇਸ਼ਨ, ਇਹ ਵਾਲਾ ਜਿਹੜਾ ਤਰੀਕਾ ਕਿਹੜਾ ਜਿਹੜਾ ਪਿੱਛੇ ਦੱਸਿਆ ਪਿਆ ਜੀ, ਇਹ ਰਾਈਟਰ ਦੀ ਇੱਕ ਨੈਚੁਰਲ ਅਬਿਲਿਟੀ ਹੈ ਜੀ। ਇਹ ਆਪਣੀ ਅਗਲੀ ਲਾਈਨ ਨੂੰ ਪਿਛਲੀ ਲਾਈਨ ਦੇ ਨਾਲ ਸਬਸਟੀਟਿਊਸ਼ਨ ਜੀ ਕਰਕੇ ਜੋੜ ਦਿੰਦਾ। ਜਿਵੇਂ ਦਿਸ ਲਾਤਾ, ਦੀਸ ਲਾਤਾ, ਇਟ ਲਾਤਾ, ਸੱਚ ਲਾਤਾ। ਕਹਿੰਦੇ ਜੀ ਸੱਚ ਫਾਰਮ ਆਫ ਡਿਸਟੈਂਸ ਐਜੂਕੇਸ਼ਨ, ਇਹ ਵਾਲੀ ਜਿਹੜੀ ਚੀਜ਼ ਹੈ ਜੀ ਡਸ ਨੋਟ, ਆਹ ਵਾਲੀ ਚੀਜ਼ ਤੁਸੀਂ ਫੋਲੋ ਨਹੀਂ ਕਰਨੀ ਜੀ। ਕੰਟਰੈਕਟਡ ਫਾਰਮ ਨਹੀਂ ਲਿਖੀ ਦੀਆਂ ਹੁੰਦੀਆਂ, ਪੂਰਾ ਲਿਖੀ ਦਾ ਹੁੰਦਾ ਜੀ ਡਸ ਨੋਟ। ਇਹ ਚੀਜ਼ ਨੂੰ ਕਹਿੰਦੇ ਡਸ ਨੋਟ ਰਿਕੁਆਇਰ ਲੋਟ ਆਫ ਰਿਸੋਰਸਸ। ਕਹਿੰਦੇ ਜੀ ਇਹ ਚੀਜ਼ ਨੂੰ ਤਾਂ ਰਿਸੋਰਸਸ ਵੀ ਨਹੀਂ ਚਾਹੀਦੇ ਵਾਲੇ, ਰਿਸੋਰਸਸ ਵੀ ਨਹੀਂ ਚਾਹੀਦੇ ਮੇਨਟੇਨ ਕਰਨ ਦੇ ਲਈ, ਟੂ ਬੀ ਮੇਨਟੇਨਡ। ਵਟਸ ਮੋਰ, ਹੋਰ ਚੀਜ਼ ਕਿਹੜੀ ਹੈ ਜੀ? ਕਹਿੰਦੇ ਸਟੂਡੈਂਟਸ ਡੋਂਟ ਹੈਵ ਟੂ ਲੀਵ देयर ਹੋਮਸ। ਧਿਆਨ ਨਾਲ ਦੇਖਿਓ ਜੀ, ਹੁਣ ਵਟਸ ਮੋਰ ਕਹਿ ਕੇ ਕੋਈ ਨਵਾਂ ਪੁਆਇੰਟ ਨਹੀਂ ਸ਼ੁਰੂ ਕੀਤਾ ਗਿਆ ਜੀ। ਵਟਸ ਮੋਰ ਦਾ ਸਿਨੋਨਿਮ ਕੀ ਹੁੰਦਾ ਜੀ? ਮੋਰ ਓਵਰ। ਸਿਨੋਨਿਮ ਕੀ ਹੁੰਦਾ ਜੀ? ਫਰਦਰ ਮੋਰ। ਅਪਾਰਟ ਫਰੋਮ ਦਿਸ। ਮੈਂ ਤੁਹਾਨੂੰ ਕਹਿ ਰਿਹਾ ਜੀ ਇਹ ਕਨੈਕਟਰਸ ਬਲਾਈਂਡਲੀ ਨਹੀਂ ਯੂਜ਼ ਕੀਤੇ ਜਾਂਦੇ ਹੁੰਦੇ, ਇਹਨਾਂ ਦਾ ਕੋਈ ਮੀਨਿੰਗ ਹੁੰਦਾ ਐਕਚੁਅਲ ਦੇ ਵਿੱਚ। ਕਦੇ ਵੀ ਮੋਰ ਓਵਰ, ਫਰਦਰ ਮੋਰ, ਅਪਾਰਟ ਫਰੋਮ ਦਿਸ, ਵਟਸ ਮੋਰ, ਇਹਨੂੰ ਕਈ ਰਾਈਟਰ ਨਵਾਂ ਪੁਆਇੰਟ ਸ਼ੁਰੂ ਕਰਨ ਦੇ ਲਈ ਵਰਤਦੇ ਆ, ਜੋ ਕਿ ਬਹੁਤ ਜ਼ਿਆਦਾ ਟੈਕਸਟ ਬੁੱਕਸ ਦੇ ਵਿੱਚ ਹੋ ਰਿਹਾ ਵਾ। ਇੱਕ ਨਾਰਮਲ ਜੀ ਗੱਲ ਆ, ਇਹਨੂੰ ਜ਼ਿਆਦਾ ਵੱਡੀ ਗਲਤੀ ਨਹੀਂ ਮੰਨਿਆ ਜਾਂਦਾ। ਲੈਂਗੁਏਜ ਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਅੱਗੇ ਮਾਇਨੇ ਰੱਖਦੀਆਂ ਹੁੰਦੀਆਂ ਸੀ, ਹੁਣ ਉਹ ਸਲਿਪੀ ਮਿਸਟੇਕਸ ਬਣ ਕੇ ਰਹਿ ਗਈਆਂ ਜੀ। ਬਟ ਫਿਰ ਵੀ ਤੁਹਾਡੀ ਨੌਲੇਜ ਦੇ ਲਈ ਦੱਸ ਦਵਾਂ ਕਿ ਮੋਰ ਓਵਰ, ਫਰਦਰ ਮੋਰ, ਅਪਾਰਟ ਫਰੋਮ ਦਿਸ, ਵਟਸ ਮੋਰ, ਇਹ ਵਾਲੇ ਵਰਡ ਕਿੱਥੇ ਯੂਜ਼ ਹੁੰਦੇ ਆ ਕੰਜੰਕਸ਼ਨਾਂ? ਜਦੋਂ ਤੁਹਾਡੇ ਚੱਲਦੇ ਪੁਆਇੰਟ ਦੇ ਵਿੱਚ ਇੱਕ ਹੋਰ ਚੀਜ਼ ਲਿਖਣੀ ਹੋਵੇ, ਨਾ ਕਿ ਇੱਕ ਨਵਾਂ ਪੁਆਇੰਟ ਸ਼ੁਰੂ ਕਰਨਾ ਹੋਵੇ। ਤੇ ਇਹਨਾਂ ਨੇ ਕੀ ਕਿਹਾ ਜੀ, ਗੱਲ ਚੱਲੀ ਜਾਂਦੀ ਇਲੈਕਟ੍ਰੋਨਿਕ ਲਰਨਿੰਗ ਦੀ। ਇਹ ਕਹਿੰਦੇ ਜੀ ਇਹਨੂੰ ਨਾ ਹੀ ਸਿਰਫ ਥੋੜੇ ਰਿਸੋਰਸਾਂ ਦੀ ਲੋੜ ਪੈਂਦੀ ਆ, ਬਲਕਿ ਇੱਕ ਹੋਰ ਚੀਜ਼ ਇਹਦੇ ਤੋਂ ਹੁੰਦੀ ਹੈ ਜੀ, ਸਟੂਡੈਂਟ ਡੋਂਟ ਹੈਵ ਟੂ ਲੀਵ देयर ਹੋਮਸ। ਕਹਿੰਦੇ ਜੀ ਬੱਚਿਆਂ ਨੂੰ ਜਾਣਾ ਵੀ ਨਹੀਂ ਪੈਣਾ। ਮੈਂ ਤੁਹਾਡੇ ਤੋਂ ਪੁੱਛ ਰਿਹਾ ਕਿ ਜਿਹੜਾ ਵਟਸ ਮੋਰ ਲਾ ਕੇ ਇੱਕ ਨਵਾਂ ਸੈਂਟੈਂਸ ਲਿਖਿਆ, ਕੀ ਇਹ ਨਵਾਂ ਜਿਹੜੀ ਕਿ ਆਈਡੀਆ ਵਾ ਕਿ ਇਹ ਪਿੱਛੇ ਵਾਲੇ ਆਈਡੀਆ ਨੂੰ ਹੀ ਫਲੋ ਕੀਤਾ ਗਿਆ? ਤੁਸੀਂ ਕਹੋਗੇ ਪਿਛਲੇ ਨੂੰ ਹੀ ਫਲੋ ਕੀਤਾ ਗਿਆ ਜੀ। ਤਾਂ ਕਰਕੇ ਇਹ ਕਨੈਕਟਰ ਦਾ ਇਹਨਾਂ ਦਾ ਧਿਆਨ ਨਾਲ ਯੂਜ਼ ਕਰਿਆ ਕਰੋ। ਸਟੂਡੈਂਟਸ ਨੂੰ ਲੋੜ ਨਹੀਂ ਪੈਂਦੀ ਜੀ ਘਰੋਂ ਬਾਹਰ ਜਾਣ ਦੀ, ਐਂਡ ਕੈਨ ਪਲਾਨ देयर ਸਕੇਡਿਊਲ ਦਾ ਵੇ ਦੇ ਪ੍ਰੈਫਰ। ਆਪਣੇ ਪਲਾਨ ਦੇ ਅਕੋਰਡਿੰਗ ਉਹਨਾਂ ਨੂੰ ਪ੍ਰੈਫਰ ਕਰ ਸਕਦਾ ਜੀ। ਠੀਕ ਹੈ ਜੀ, ਇਹਦਾ ਲੱਗ ਗਿਆ ਜੀ ਆਪਾਂ ਨੂੰ ਪਤਾ। ਓਕੇ, ਅੱਗੇ ਚੱਲਦੇ ਹਾਂ ਜੀ। ਕੀ ਕਹਿ ਰਿਹਾ ਜੀ ਅੱਗੇ? ਓਕੇ, ਤਾਂ ਆਪਾਂ ਕਨਕਲੂਜਨ ਤੇ ਚੱਲਦੇ ਹਾਂ। ਮੈਂ ਤੁਹਾਨੂੰ ਇੱਥੇ ਇੱਕ ਚੀਜ਼ ਦਿਖਾਉਣੀ ਸੀ ਜੀ। ਇੱਥੇ ਇੱਕ ਚੀਜ਼ ਬੜੀ ਲਾਜ਼ਮੀ ਆ, ਕਿਉਂਕਿ ਕੋਈ ਵੀ ਪਰਸਨ ਆ ਜੋ ਐਸੇ ਲਿਖ ਰਿਹਾ ਜੀ, ਉਹਦੇ ਤੋਂ ਕਿਸੇ ਨਾ ਕਿਸੇ ਲੈਵਲ ਦੀਆਂ ਮਿਸਟੇਕਸ ਜ਼ਰੂਰ ਹੁੰਦੀਆਂ ਜੀ। ਤਾਂ ਮੈਂ ਇੱਥੇ ਇੱਕ ਚੀਜ਼ ਆਬਜ਼ਰਵ ਕੀਤੀ ਜਿਹੜੀ ਹਾਂਜੀ ਜੀ, ਤਾਂ ਇਹਨੂੰ ਇੱਥੇ ਜ਼ੂਮ ਨਾ ਕਰਿਓ ਜੀ, ਕਿਉਂਕਿ ਉਹ ਦੋਵਾਂ ਚੀਜ਼ਾਂ ਤੇ ਆ। ਤਾਂ ਮੈਂ ਤੁਹਾਨੂੰ ਚੀਜ਼ ਦੱਸਣੀ ਜਾ ਰਿਹਾ। ਹਾਂਜੀ, ਇੱਥੇ ਇੱਕ ਸੈਂਟੈਂਸ ਦੇਖਿਓ ਜੀ, ਤੁਹਾਡੇ ਸਾਹਮਣੇ ਸੈਂਟੈਂਸ ਹੈਗਾ ਜੀ ਆਹ ਵਾਲਾ, ਸਭ ਤੋਂ ਐਂਡ ਵਾਲਾ ਜੀ। ਇੱਥੇ ਇੱਕ ਸੈਂਟੈਂਸ ਹੈ ਜੀ, ਆਹ ਵਾਲਾ ਸੈਂਟੈਂਸ ਜੀ, ਜਿੰਦੇ ਤੇ ਅੰਡਰਲਾਈਨ ਕਰਨ ਲੱਗਾ ਹੁਣ ਮੈਂ। ਆਹ ਵਾਲਾ ਜੀ, ਆਹ ਵਾਲਾ ਜੀ। ਤੇ ਉਧਰੋਂ ਇੱਕ ਸੈਂਟੈਂਸ ਆਪਾਂ ਚੱਕਦੇ ਹਾਂ ਜੀ BP1 ਦੇ ਵਿੱਚੋਂ। BP1 ਦੇ ਵਿੱਚ ਹੈਗਾ ਜੀ ਆਹ ਵਾਲਾ ਸੈਂਟੈਂਸ, ਆਹ ਵਾਲਾ ਜੀ। ਆਹ ਵਾਲਾ ਜੀ। ਇੱਥੇ ਪ੍ਰੋਬਲਮ ਕੀ ਹੈ ਜੀ? ਇਹਦੇ ਵਿੱਚ ਰਾਈਟਰ ਨੇ ਇੱਕ ਜਗ੍ਹਾ ਤੇ ਪੰਕਚੁਏਸ਼ਨ ਗਲਤ ਕਰਤੀ ਤੇ ਦੂਜੀ ਜਗ੍ਹਾ ਤੇ ਸਹੀ ਕਰਤੀ ਜੀ। ਐਕਚੁਅਲ ਦੇ ਵਿੱਚ ਹਮੇਸ਼ਾ ਕੰਪਾਊਂਡ ਸੈਂਟੈਂਸ ਦੀ ਸਟ੍ਰੈਟਜੀ ਇਹ ਹੁੰਦੀ ਆ ਕਿ ਐਂਡ ਤੋਂ ਬਾਅਦ ਚੋਂ ਐਂਡ ਦੋ ਸੈਂਟੈਂਸਾਂ ਨੂੰ ਜੋੜ ਰਿਹਾ, ਸਬਜੈਕਟ ਪਿਆ ਵਾ, ਵਰਬ ਪਿਆ ਵਾ, ਆਬਜੈਕਟ ਪਿਆ ਵਾ, ਸਬਜੈਕਟ ਪਿਆ ਵਾ, ਵਰਬ ਪਿਆ ਤੇ ਆਬਜੈਕਟ ਪਿਆ ਵਾ। ਆਹ ਸਹੀ ਸਟਰਕਚਰ ਆ। ਐਂਡ ਤੋਂ ਬਾਅਦ ਚੋਂ ਸਬਜੈਕਟ ਆਉਣਾ ਚਾਹੀਦਾ ਇੱਕ ਨਵਾਂ।
ਇਹ ਰਾਈਟਰ ਨੇ ਕੀ ਕੀਤਾ ਜੀ, ਇਹ ਰਾਈਟਰ ਨੇ ਐਂਡ ਤੋਂ ਬਾਅਦ ਚੋਂ ਨਾ ਕਿ ਸਬਜੈਕਟ ਬਲਕਿ ਸਿੱਧੀ ਵਰਬ ਸਟਾਰਟ ਹੋ ਰਹੀ ਸੀ। ਇਹਦਾ ਮਤਲਬ ਇਹ ਕੋਈ ਨਵਾਂ ਸੈਂਟੈਂਸ ਨਹੀਂ ਹੈ ਜੀ। ਇਹਨੇ ਜਿਹੜਾ ਇੱਥੇ ਕੌਮਾ ਲਾਇਆ ਇਹ ਗ੍ਰਾਮੈਟਿਕਲੀ ਰੋਂਗ ਲਾਤਾ, ਆਹ ਵਾਲਾ ਕੌਮਾ ਜੀ। ਤੇ ਇਹ ਕੌਮਾ ਸ਼ਾਇਦ ਇਹਨੂੰ BP2 ਚ ਏਦਾਂ ਲੱਗਾ ਕਿ ਇੱਥੇ ਹੁਣ ਮੇ ਵੀ ਉੱਪਰ ਜਾਂ ਤਾਂ ਗਲਤੀ ਹੋ ਗਈ ਹੋਣੀ, ਗਲਤੀ ਨਾਲ ਲੱਗ ਗਿਆ ਹੋਣਾ, ਕਿਉਂਕਿ ਨੀਚੇ ਆ ਕੇ ਕੌਮਾ ਨਹੀਂ ਲਾਇਆ ਜੀ। ਆਹ ਹੁਣ ਤੁਸੀਂ ਵੇਖੋ ਆਹ ਕੰਪਾਊਂਡ ਸੈਂਟੈਂਸ ਜਿੱਥੇ ਲਿਖਿਆ ਸਟੂਡੈਂਟ ਡੋਂਟ ਹੈਵ ਟੂ ਲੀਵ देयर ਹੋਮਸ ਐਂਡ ਸਿੱਧਾ ਵਰਬ ਪੋਰਸ਼ਨ ਸਟਾਰਟ ਹੋ ਰਿਹਾ ਜੀ। ਮੈਚ ਕਰਨ ਦੀ ਕੋਸ਼ਿਸ਼ ਕਰੋ, ਐਂਡ ਤੋਂ ਬਾਅਦ ਚੋਂ ਦੋਨੇ ਜਗ੍ਹਾ ਵਰਬ ਵਾਲੇ ਪੋਰਸ਼ਨ ਸਟਾਰਟ ਹੋ ਰਹੇ ਆ। ਇੱਕ ਜਗ੍ਹਾ ਤੇ ਕੌਮਾ ਲਾਈ ਜਾਂਦੇ ਆ, ਇੱਕ ਤੇ ਨਹੀਂ ਲਾਇਆ। ਇਹਦਾ ਮਤਲਬ ਜੀ ਇੱਕ ਜਗ੍ਹਾ ਤੇ ਸਹੀ ਆ, ਇੱਕ ਜਗ੍ਹਾ ਤੇ ਇਹ ਪੰਕਚੁਏਸ਼ਨ ਗਲਤ ਕਰੀ ਜਾਂਦੇ ਆ। ਗਲਤ ਕਿੱਥੇ ਕਰੀ ਜਾਂਦੇ ਆ, ਗਲਤ ਕਰੀ ਜਾਂਦੇ ਜੀ ਇਹਦੇ ਵਿੱਚ ਬਾਅਦ ਚੋਂ ਵਰਬ ਸਟਾਰਟ ਹੋਈ ਹੈ ਜੀ, ਕੌਮਾ ਨਹੀਂ ਲੱਗਦਾ ਹੁੰਦਾ ਕਿਉਂਕਿ ਨੀਚੇ ਵਾਲੇ ਇਹਨਾਂ ਨੇ ਪੰਕਚੁਏਸ਼ਨ ਸਹੀ ਕੀਤੀ ਹੈ। ਸੋ ਨੈਟ ਤੇ ਜਿਹੜੇ ਮਰਜ਼ੀ ਲੈਵਲ ਦਾ ਐਸੇ ਹੋਵੇ, ਭਾਵੇਂ ਉਹ 7+ ਹੀ ਕਿਉਂ ਨਾ ਹੋਵੇ, ਨਿੱਕੀਆਂ ਨਿੱਕੀਆਂ ਗਲਤੀਆਂ ਹਰ ਇੱਕ ਚੀਜ਼ ਦੇ ਵਿੱਚ ਹੁੰਦੀਆਂ ਜੀ ਹਮੇਸ਼ਾ। ਤਾਂ ਇਹ ਕੰਪਾਊਂਡ ਸੈਂਟੈਂਸ ਦੀ ਪੰਕਚੁਏਸ਼ਨ ਸੀਗੀ। ਐਂਡ ਤੇ ਜੀ ਕਨਕਲੂਜਨ ਰਹਿ ਗਿਆ ਆਪਣਾ ਕੱਲਾ, ਕੀ ਕਹਿੰਦੇ ਜੀ। ਤਾਂ ਇਹਨਾਂ ਨੇ ਆਪਾਂ ਨੂੰ ਕਿਹਾ ਜੀ, ਹਾਂਜੀ ਜੀ ਕਨਕਲੂਜਨ ਦੇ ਵਿੱਚ, ਹਾਂਜੀ ਜੀ ਇਨ ਕਨਕਲੂਜਨ ਤੁਹਾਨੂੰ ਸ਼ਾਇਦ ਦਿਖ ਨਾ ਰਿਹਾ ਹੋਵੇ ਇੱਥੋਂ, ਓਕੇ ਜੀ। ਕਹਿੰਦੇ ਜੀ ਇਨ ਕਨਕਲੂਜਨ ਦੇ ਵਿੱਚ ਆਈ ਬਲੀਵ ਦੈਟ, ਮੇਰਾ ਕਹਿੰਦੇ ਜੀ ਇਹ ਮੰਨਲਾ ਵਾ, ਦੈਟ ਮੇਨਲੀ, ਕਹਿੰਦੇ ਜੀ ਮੇਨਲੀ ਲੈਕ ਆਫ ਫਾਈਨੈਂਸ਼ੀਅਲ ਰਿਸੋਰਸਸ, ਜਿਹੜੇ ਲੈਕ ਆਫ ਫਾਈਨੈਂਸ਼ੀਅਲ ਰਿਸੋਰਸਸ ਆ ਉਹ ਇਹਨੇ ਐਸੇ ਦੇ ਵਿੱਚ ਦੱਸ ਕੇ ਆਂਦੇ ਆ ਜੀ। ਕਿਹੜਾ ਪਹਿਲੇ BP ਚ ਪਹਿਲਾ ਪਿਆ ਵਾ ਜੀ ਕੋਸਟ, ਦੂਸਰਾ ਪਿਆ ਸੀ ਲਿਵਿੰਗ, ਉਹ ਆ ਕੇ ਨੇ ਉਹਨੂੰ ਫਿਰ ਇੱਥੇ ਲਿਖਤਾ ਕਿ ਜੀ ਕਹਿੰਦਾ ਜੀ ਮੈਂ ਮੰਨਦਾ ਕਿ ਮੇਨਲੀ ਜਿਹੜੇ ਲੈਕ ਆਫ ਫਾਈਨੈਂਸ਼ੀਅਲ ਰਿਸੋਰਸਸ ਹੁੰਦੇ ਆ ਕਾਜ਼, ਇਹੀ ਕਾਰਨ ਬਣ ਜਾਂਦੇ ਆ ਸਟੂਡੈਂਟਾਂ ਤੋਂ ਕੰਮ ਕਰਾਉਣ ਦਾ। ਬਟ ਇਹ ਪ੍ਰੋਬਲਮ ਕਹਿੰਦੇ ਜੀ ਸੋਲਵ ਕੀਤੀ ਜਾ ਸਕਦੀ ਆ। ਹੁਣ ਜਿਹੜੇ BP2 ਚ ਦੋਨੇ ਪੁਆਇੰਟ ਲਿਖ ਕੇ ਆਇਆ ਵਾ ਉਹਦੇ ਨੇ ਕੀਵਰਡ ਕੱਢ ਕੇ ਇੱਥੇ ਲਿਖਤੇ। ਕਿਵੇਂ ਸੋਲਵ ਕੀਤੀ ਜਾ ਸਕਦੀ ਆ, ਲੋਵਰਿੰਗ ਦਾ ਅਮਾਉਂਟ ਆਫ ਫਾਈਨੈਂਸ਼ੀਅਲ ਐਕਸਪੈਂਸਸ ਸਟੂਡੈਂਟ ਹੈਵ ਟੂ ਮੀਟ, ਜਿਹੜੇ ਖਰਚੇ ਉਹਨਾਂ ਨੂੰ ਕਰਨੇ ਪੈਂਦੇ ਆ ਉਹਨਾਂ ਦੇ ਵਿੱਚ ਲੋਵਰਿੰਗ ਕੀਤੀ ਜਾ ਸਕਦੀ ਹੈ। ਇਹ BP2 ਚ ਕਹੀ ਜਾਂਦਾ ਕਿਵੇਂ ਕਿ ਗਵਰਨਮੈਂਟ ਨੂੰ ਐਜੂਕੇਸ਼ਨ ਫ੍ਰੀ ਕਰਨੀ ਚਾਹੀਦੀ ਆ ਜਾਂ ਖਰਚੇ ਘਟਾਉਣੇ ਚਾਹੀਦੇ ਆ ਜੀ, ਇਹ ਵਾਲੀਆਂ ਚੀਜ਼ਾਂ। ਤਾਂ ਇਹਨੇ ਕੀਵਰਡ ਕੱਢ ਕੇ ਇੱਥੇ ਸਮਾਰਟ ਜਿਹੇ ਵੇ ਨਾਲ ਇਹਨਾਂ ਨੂੰ ਕੀ ਕਰਤਾ ਜੀ, ਕੰਬਾਈਨ ਕਰਤਾ। ਇੱਥੇ ਇੱਕ ਕੰਪਾਊਂਡ ਸੈਂਟੈਂਸ ਆ, ਇੱਥੇ ਬਟ ਤੋਂ ਪਹਿਲਾਂ ਕੌਮਾ ਜਮਾ ਸਹੀ ਜਗ੍ਹਾ ਤੇ ਹੈ। ਕਿਉਂ? ਕਿਉਂਕਿ ਧਿਆਨ ਨਾਲ ਦੇਖੋ ਜੀ ਬਾਅਦ ਚੋਂ ਇੱਕ ਸਬਜੈਕਟ ਸ਼ੁਰੂ ਹੋ ਰਿਹਾ ਵਾ, ਦਿਸ ਪ੍ਰੋਬਲਮ। ਤਾਂ ਇਹ ਆਪਣਾ ਐਸੇ ਸੀਗਾ ਜੀ ਅੱਜ ਵਾਲਾ, ਜਿੱਥੇ ਤੁਹਾਨੂੰ ਪਤਾ ਲੱਗਿਆ ਕਿ ਕਿੱਦਾਂ ਇੱਕ ਰਾਈਟਰ ਜੋ ਹੈ ਉਹ ਆਪਣੇ ਪਰਸਪੈਕਟਿਵ